हाँ जी, ਆਪਾਂ इस जमात ਦੇ ਵਿੱਚ ਗੱਲ ਕਰਾਂਗੇ ਧੁਨੀ ਵਿਗਿਆਨ ਤੇ ਧੁਨੀ ਵਿਉਂਤ ਵਿਗਿਆਨ ਦੀ। ਦੇਖੋ ਫਸਟ ਗ੍ਰੇਡ ਦੇ ਵਿੱਚ ਤਾਂ ਇਹ ਡਾਇਰੈਕਟ ਦੇ ਰੱਖਿਆ, ਇਹਦਾ ਟੌਪਿਕ ਦਾ ਨਾਮ ਇਸ ਤਰ੍ਹਾਂ ਹੀ ਲਿਖਿਆ ਧੁਨੀ ਵਿਗਿਆਨ ਤੇ ਧੁਨੀ ਵਿਉਂਤ ਵਿਗਿਆਨ। ਇਹਦੇ ਬਾਰੇ ਪੂਰੀ ਗੱਲ ਕਰਾਂਗੇ। ਇਹਨਾਂ ਦੇ ਵਿੱਚ ਅੰਤਰ ਵੀ ਸਪਸ਼ਟ ਹੋ ਜਾਊਗਾ ਵੀ ਧੁਨੀ ਵਿਗਿਆਨ ਕਿਹਨੂੰ ਕਹਿੰਦੇ ਆ, ਧੁਨੀ ਵਿਉਂਤ ਵਿਗਿਆਨ ਕਿਹਨੂੰ ਕਹਿੰਦੇ ਆ। ਹਾਲਾਂਕਿ ਜਿਹੜੀ ਮੇਰੀ ਪਹਿਲੀ ਜਿਹੜੀ ਆਪਾਂ ਪਿਛਲੀ ਜਮਾਤ ਸੀਗੀ ਆਪਣੀ ਭਾਸ਼ਾ ਵਿਗਿਆਨ ਵਾਲੀ, ਉਹਦੇ ਵਿੱਚ ਆਪਾਂ ਥੋੜ੍ਹਾ ਜ਼ਿਕਰ ਕੀਤਾ ਸੀ ਧੁਨੀ ਵਿਗਿਆਨ ਤੇ ਧੁਨੀ ਵਿਉਂਤ ਵਿਗਿਆਨ। ਧੁਨੀ ਵਿਗਿਆਨ ਦੇ ਵਿੱਚ ਤਾਂ ਕਿਸੇ ਵੀ ਭਾਸ਼ਾ ਦੀ, ਦੁਨੀਆ ਦੀ ਕਿਸੇ ਵੀ ਭਾਸ਼ਾ ਦੀਆਂ ਧੁਨੀਆਂ ਦਾ ਅਧਿਐਨ ਹੁੰਦਾ ਹੈ। ਧੁਨੀ ਵਿਉਂਤ ਵਿਗਿਆਨ ਹੁੰਦਾ ਕਿਸੇ ਵਿਸ਼ੇਸ਼ ਭਾਸ਼ਾ ਦੀਆਂ ਧੁਨੀਆਂ ਦਾ ਅਧਿਐਨ। ਜਿਵੇਂ ਮੰਨ ਲਓ ਪੰਜਾਬੀ ਦਾ ਅਧਿਐਨ ਕਰ ਲਓ, ਹਿੰਦੀ ਦਾ ਅਧਿਐਨ ਕਰ ਲਓ, ਸੰਸਕ੍ਰਿਤ ਦਾ ਅਧਿਐਨ ਕਰ ਲਓ, ਉਹ ਤਾਂ ਧੁਨੀ ਵਿਉਂਤ ਵਿਗਿਆਨ ਦੇ ਵਿੱਚ ਆਉਂਦਾ ਹੈ। ਤੇ ਪਰ ਜਦੋਂ ਧੁਨੀਆਂ ਬਾਰੇ ਕੋਈ ਸਾਮਾਨਿਆ ਨੋਰਮਲ ਜਾਣਕਾਰੀ ਦਿੱਤੀ ਜਾਂਦੀ ਹੈ, ਉਸ ਨੂੰ ਧੁਨੀ ਵਿਗਿਆਨ ਕਿਹਾ ਜਾਂਦਾ ਹੈ। ਪਰ ਜਦੋਂ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਧੁਨੀ ਵਿਉਂਤ ਵਿਗਿਆਨ ਕਿਹਾ ਜਾਂਦਾ। ਕਾਮਨ ਗੱਲ ਹੈ। ਹਾਂ, ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਮੈਂ। ਦੇਖੋ ਇਹ ਸੈਕੰਡ ਗ੍ਰੇਡ ਵਾਸਤੇ ਬਹੁਤ ਇੰਪੋਰਟੈਂਟ ਹੈ, ਫਸਟ ਗ੍ਰੇਡ ਵਾਸਤੇ ਤਾਂ ਹੈ ਹੀ ਹੈ। ਤੁਸੀਂ ਦੋਨਾਂ ਦੇ ਵਿੱਚ ਹੀ ਮੈਂ ਇਹ ਕਲਾਸ ਅਪਲੋਡ ਕਰ ਦੂੰਗਾ। ਹਾਂਜੀ, ਪਹਿਲਾਂ ਤਾਂ ਧਿਆਨ ਰੱਖਿਓ ਵੀ ਦੋਨਾਂ ਵਿਗਿਆਨਾਂ ਦੀ ਅਧਿਐਨ ਸਮੱਗਰੀ ਭਾਸ਼ਾ ਧੁਨੀਤਾ ਹੈ। ਵੀ ਧੁਨੀ ਸ਼ਬਦ ਤਾਂ ਦੋਨਾਂ ਦੇ ਵਿੱਚ ਹੀ ਹੈ, ਇਸ ਕਰਕੇ ਭਾਸ਼ਾ ਦੀ ਜਿਹੜੀ ਧੁਨੀ ਹੈ, ਭਾਸ਼ਾ ਧੁਨੀ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਤਾਂ ਦੋਨਾਂ ਦੀ ਅਧਿਐਨ ਸਮੱਗਰੀ ਹੈ। ਵੀ ਅਧਿਐਨ ਕਿਹੜੀ ਚੀਜ਼ ਦਾ ਕਰਾਂਗੇ ਇਹਦੇ ਵਿੱਚ, ਧੁਨੀ ਵਿਗਿਆਨ ਤੇ ਧੁਨੀ ਵਿਉਂਤ ਵਿਗਿਆਨ ਦੇ ਵਿੱਚ। ਉਹਦੇ ਵਿੱਚ ਆਪਾਂ ਮਤਲਬ ਕੀ ਹੈ, ਅਧਿਐਨ ਆਪਾਂ ਕਰਨਾ ਭਾਸ਼ਾ ਧੁਨੀ ਦਾ। ਧੁਨੀ ਵਿਗਿਆਨ ਕਿਹਨੂੰ ਕਿਹਾ ਜਾਂਦਾ? ਧੁਨੀ ਵਿਗਿਆਨ ਸਾਮਾਨਿਆ ਭਾਸ਼ਾ ਹੁੰਦੀ ਹੈ ਤੇ ਧੁਨੀਮ ਵਿਗਿਆਨ ਜਾਂ ਧੁਨੀ ਵਿਉਂਤ ਵਿਗਿਆਨ ਜਿਹਨੂੰ ਕਹਿ ਦਿੰਦੇ ਆਪਾਂ, ਦੋ ਨਾਮ ਹੈ ਇਹਦੇ। ਇੱਕ ਇਹਨੂੰ ਧੁਨੀਮ ਵਿਗਿਆਨ ਵੀ ਕਹਿੰਦੇ ਆ। ਆਹ ਦੇਖੋ ਸ਼ਬਦ ਲਿਖਿਆ, ਇੱਕ ਹੁੰਦਾ ਹੈ ਧੁਨੀ, ਇੱਕ ਹੁੰਦਾ ਹੈ ਧੁਨੀਮ। ਦੋਨਾਂ ਸ਼ਬਦਾਂ ਦੇ ਵਿੱਚ ਫਰਕ ਕਰ ਲਓਗੇ ਨਾ ਬੇਟਾ। ਇੱਕ ਮਿੰਟ ਰੁਕੋ। ਆਹ ਠੀਕ ਹੈ, ਹਾਂ ਚਲੋ ਆਹ ਠੀਕ ਹੈ, ਓਕੇ ਆ ਕੰਮ। ਹਾਂ ਆਹ ਦੇਖੋ, ਇੱਕ ਤਾਂ ਮੈਂ ਲਿਖਿਆ ਹੋਇਆ ਧੁਨੀ, ਇੱਕ ਲਿਖਿਆ ਹੋਇਆ ਧੁਨੀਮ। ਠੀਕ ਹੈ। ਧੁਨੀ ਵਿਗਿਆਨ ਤਾਂ ਹੁੰਦਾ ਹੈ ਸਾਮਾਨਿਆ ਭਾਸ਼ਾ ਦੇ ਬਾਰੇ ਜਾਣਕਾਰੀ, ਸਾਮਾਨਿਆ ਭਾਸ਼ਾ ਦੀ ਧੁਨੀ ਬਾਰੇ। ਧੁਨੀਮ ਵਿਗਿਆਨ ਹੁੰਦਾ ਕਿਸੇ ਭਾਸ਼ਾ ਵਿਸ਼ੇਸ਼, ਜਿਵੇਂ ਕਿ ਪੰਜਾਬੀ ਭਾਸ਼ਾ ਦੇ ਬਾਰੇ, ਪੰਜਾਬੀ ਦੀਆਂ ਧੁਨੀਆਂ ਬਾਰੇ ਜਾਣਕਾਰੀ, ਉਸ ਨੂੰ ਕਿਹਾ ਜਾਂਦਾ ਧੁਨੀਮ ਵਿਗਿਆਨ, ਜਾਂ ਇਹਦਾ ਦੂਸਰਾ ਨਾਮ ਹੈ ਧੁਨੀ ਵਿਉਂਤ ਵਿਗਿਆਨ। ਦੋਨੇ ਤੁਸੀਂ ਚੇਤੇ ਰੱਖਣੇ ਆ, ਯਾਦ ਰੱਖਣੇ ਆ। ਆ ਜਾਓ ਅੱਗੇ ਫਰਕ ਮੈਂ ਦਿੱਤਾ ਦੋਨਾਂ ਦੇ ਵਿੱਚ, ਮੈਂ ਫਰਕ ਕਰਤਾ ਸੀਗਾ। ਮੈਂ ਚਲੋ ਤੁਹਾਨੂੰ ਫਰਕ ਦੱਸ ਦੂੰਗਾ ਵੀ ਧੁਨੀ ਵਿਗਿਆਨ ਤੇ ਧੁਨੀਮ ਵਿਗਿਆਨ ਜਾਂ ਧੁਨੀ ਵਿਉਂਤ ਵਿਗਿਆਨ। ਧੁਨੀ ਵਿਉਂਤ ਵੀ ਲਿਖ ਸਕਦੇ ਹਾਂ, ਇਹਨੂੰ ਧੁਨੀ ਵਿਉਂਤ ਵਿਗਿਆਨ ਵੀ ਲਿਖਿਆ ਹੁੰਦਾ ਹੈ। ਕਿਤਾਬਾਂ ਅਲੱਗ ਹੋ ਸਕਦੀਆਂ, ਤੁਹਾਡੇ ਕੋਲੇ ਕੋਈ ਵੀ ਸ਼ਬਦ ਲਿਖਿਆ ਹੋ ਸਕਦਾ, ਮੈਂ ਸਾਰੇ ਸ਼ਬਦ ਇਕੱਠੇ ਕਰਤੇ ਆ। ਇਹਨੂੰ ਧੁਨੀ ਵਿਉਂਤ ਵੀ ਲਿਖਿਆ ਹੁੰਦਾ ਜਾਂ ਧੁਨੀ ਵਿਉਂਤ ਵਿਗਿਆਨ ਵੀ ਲਿਖਿਆ ਹੁੰਦਾ, ਕੋਈ ਦਿੱਕਤ ਨਹੀਂ, ਇਹਦੇ ਵਿੱਚ ਕੋਈ ਟੈਨਸ਼ਨ ਨਹੀਂ ਗੀ। ਧੁਨੀਮ ਵਿਗਿਆਨ ਕਹਿੰਦੇ ਇਹਨੂੰ, ਦੋ ਨਾਮ ਹੈ ਇਹਦੇ। ਧੁਨੀ ਵਿਗਿਆਨ ਦਾ ਇੱਕੋ ਨਾਮ ਹੈ। ਧੁਨੀ ਵਿਗਿਆਨ ਨੂੰ ਤਾਂ ਇੰਗਲਿਸ਼ 'ਚ ਫੋਨੈਟਿਕਸ ਕਹਿ ਦਿੰਦੇ ਆ ਤੇ ਧੁਨੀਮ ਵਿਗਿਆਨ ਨੂੰ ਕਹਿ ਦਿੰਦੇ ਆ ਫੋਨੋਲੋਜੀ। ਇੱਕ ਤਾਂ ਹੈ ਫੋਨੈਟਿਕਸ, ਇੱਕ ਹੈ ਫੋਨੋਲੋਜੀ। ਫੋਨੈਟਿਕਸ ਹੁੰਦਾ ਹੈ ਕਿਸੇ ਵੀ ਭਾਸ਼ਾ, ਮਤਲਬ ਕੋਈ ਵੀ ਸਾਮਾਨਿਆ ਭਾਸ਼ਾ ਦੀਆਂ ਧੁਨੀਆਂ ਦਾ ਅਧਿਐਨ ਕਰਨਾ, ਨੋਰਮਲ ਅਧਿਐਨ ਜਿਸ ਨੂੰ ਆਪਾਂ ਕਹਿ ਦਿੰਦੇ ਸਾਮਾਨਿਆ ਅਧਿਐਨ। ਪਰ ਜਦੋਂ ਆਪਾਂ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਦਾ ਅਧਿਐਨ ਕਰਦੇ ਹਾਂ, ਜਿਵੇਂ ਖੰਡੀ ਅਖੰਡੀ ਧੁਨੀਆਂ, ਜਿਵੇਂ ਸਵਰ ਵਿਅੰਜਨ ਪੰਜਾਬੀ ਭਾਸ਼ਾ ਦੇ ਪੜ੍ਹਦੇ ਹਾਂ, ਉਹ ਆਪਾਂ ਪੜ੍ਹਦੇ ਹਾਂ ਧੁਨੀਮ ਵਿਗਿਆਨ ਜਾਂ ਧੁਨੀ ਵਿਉਂਤ ਵਿਗਿਆਨ ਜਾਂ ਫੋਨੋਲੋਜੀ ਦੇ ਵਿੱਚ। ਲਓ ਦੇਖੋ ਕੀ ਹੈ, ਕਿਸੇ ਵੀ ਭਾਸ਼ਾ ਦੀਆਂ ਧੁਨੀਆਂ ਦਾ ਅਧਿਐਨ ਕਰਨਾ ਤਾਂ ਧੁਨੀ ਵਿਗਿਆਨ ਹੈ, ਪਰ ਕਿਸੇ ਵਿਸ਼ੇਸ਼ ਭਾਸ਼ਾ ਦੀਆਂ ਧੁਨੀਆਂ ਦਾ ਅਧਿਐਨ ਕਰਨਾ ਧੁਨੀਮ ਵਿਗਿਆਨ ਹੈ, ਜਿਵੇਂ ਕਿ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਦਾ ਅਧਿਐਨ। ਠੀਕ ਹੈ ਬੇਟਾ ਜੀ। ਅਗਲੀ ਗੱਲ ਦੇਖੋ, ਭਾਸ਼ਾ ਧੁਨੀਆਂ ਦੇ ਸਿਧਾਂਤਕ ਪੱਖ ਦੇ ਨਾਲ ਸੰਬੰਧਿਤ ਆ। ਸਿਧਾਂਤਕ ਜਿਹਨੂੰ ਆਪਾਂ ਕਹਿੰਦੇ ਨੇ, ਸਿਧਾਂਤ ਤੋਂ ਅੱਗੇ ਨਿਯਮ ਲਾਗੂ ਹੁੰਦੇ ਆ, ਹੈ ਨਾ। ਹਾਂ ਦੇਖੋ ਕਿਵੇਂ, ਭਈ ਇਹ ਤਾਂ ਹੈ ਭਾਸ਼ਾ ਦੀਆਂ ਧੁਨੀਆਂ ਦੇ ਸਿਧਾਂਤਕ ਪੱਖ। ਸਿਧਾਂਤ ਹੁੰਦੇ ਆ ਜਿਹੜੇ ਕਿਸੇ ਵੀ ਭਾਸ਼ਾ 'ਤੇ ਆਪੋ ਲਾਗੂ ਕਰ ਦਈਏ। ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਸਥਿਤੀ ਕਲੀਅਰ ਕੀਤੀ ਸੀ ਵੀ ਜਦੋਂ ਆਪਾਂ ਭਾਸ਼ਾ ਦੀਆਂ ਧੁਨੀਆਂ ਦਾ ਆਪਾਂ ਵੀ ਧੁਨੀਆਂ ਦਾ ਉਚਾਰ ਜਿਵੇਂ ਹੁੰਦਾ ਹੈ ਨਾ, ਹੁਣ ਧੁਨੀ ਉਚਾਰ ਦੀ ਪ੍ਰਕਿਰਿਆ ਜਿਹੜੀ, ਜਾਂ ਧੁਨੀ ਸੰਚਾਰ ਦੀ ਪ੍ਰਕਿਰਿਆ, ਧੁਨੀ ਸ਼ਰਵਣ ਦੀ ਪ੍ਰਕਿਰਿਆ, ਉਹ ਤਾਂ ਸਾਰੀਆਂ ਭਾਸ਼ਾ ਦੇ ਵਿੱਚ ਕਾਮਨ ਆ ਨਾ। ਉਹ ਚੀਜ਼ ਜਦੋਂ ਆਪਾਂ ਪੜ੍ਹਨੀ ਆ, ਉਹ ਤਾਂ ਧੁਨੀ ਵਿਗਿਆਨ 'ਚ ਪੜ੍ਹਦੇ ਹਾਂ। ਪਰ ਜੇ ਮੈਂ ਕਹਾਂ ਵੀ ਪੰਜਾਬੀ ਦੇ ਸਵਰ, ਪੰਜਾਬੀ ਦੇ ਵਿਅੰਜਨ, ਉਹ ਆਪਾਂ ਕਾਹਦੇ 'ਚ ਪੜ੍ਹਦੇ ਹਾਂ? ਉਹ ਆਪਾਂ ਧੁਨੀਮ ਵਿਗਿਆਨ ਦੇ ਵਿੱਚ ਪੜ੍ਹਦੇ ਹਾਂ। ਭਾਸ਼ਾ ਧੁਨੀਆਂ ਦੇ ਵਿਵਹਾਰਿਕ ਪੱਖ ਦੇ ਨਾਲ ਸੰਬੰਧਿਤ ਹੈ। ਆਹ ਤਾਂ ਹੈ ਸਿਧਾਂਤਕ ਪੱਖ ਦੇ ਨਾਲ ਸੰਬੰਧਿਤ ਧੁਨੀ ਵਿਗਿਆਨ, ਪਰ ਧੁਨੀਮ ਵਿਗਿਆਨ ਜਾਂ ਧੁਨੀ ਵਿਉਂਤ ਵਿਗਿਆਨ ਹੈ ਵਿਵਹਾਰਿਕ ਪੱਖ ਦੇ ਨਾਲ ਸੰਬੰਧਿਤ।
ਮਨੁੱਖੀ ਕੰਠ ਵਿੱਚੋਂ ਨਿਕਲੀਆਂ ਆਮ ਧੁਨੀਆਂ ਦਾ ਵਰਣਨ ਇਹਦੇ ਵਿੱਚ ਕੀਤਾ ਜਾਂਦਾ ਹੈ। ਧੁਨੀਆਂ ਕਿੱਥੋਂ ਨਿਕਲਦੀਆਂ? ਕੰਠ ਦੇ ਵਿੱਚੋਂ। ਸੋ ਮਨੁੱਖੀ ਕੰਠ ਦੇ ਵਿੱਚੋਂ ਨਿਕਲੀਆਂ ਆਮ ਧੁਨੀਆਂ ਦਾ ਵਰਣਨ ਤਾਂ ਧੁਨੀ ਵਿਗਿਆਨ ਦੇ ਵਿੱਚ ਆਉਂਦਾ, ਪਰ ਵਿਸ਼ੇਸ਼ ਭਾਸ਼ਾ ਦੀਆਂ ਧੁਨੀਆਂ ਦਾ ਵਰਣਨ ਧੁਨੀਮ ਵਿਗਿਆਨ ਦੇ ਵਿੱਚ ਹੁੰਦਾ, ਜਿਵੇਂ ਪੰਜਾਬੀ, ਅੰਗਰੇਜ਼ੀ ਆਦਿ। ਦੋਨੋਂ ਤੁਹਾਨੂੰ ਪਤਾ ਹੀ ਆ ਭਾਸ਼ਾ ਵਿਗਿਆਨ ਦੀਆਂ ਸ਼ਾਖਾਵਾਂ ਆ, ਧਿਆਨ ਰੱਖਿਓ, ਦੋਨੋਂ ਹੀ ਆ ਭਾਸ਼ਾ ਵਿਗਿਆਨ ਦੀਆਂ। ਭਾਸ਼ਾ ਵਿਗਿਆਨ ਦੀ ਆਪਾਂ ਪਿਛਲੀ ਜਮਾਤ 'ਚ ਗੱਲ ਕਰ ਚੁੱਕੇ ਹਾਂ। ਸੋ ਇਹ ਦੋਨੋਂ ਹੀ ਧੁਨੀ ਵਿਗਿਆਨ ਤੇ ਧੁਨੀ ਵਿਉਂਤ ਵਿਗਿਆਨ ਜਾਂ ਧੁਨੀਮ ਵਿਗਿਆਨ, ਫੋਨੋਲੋਜੀ, ਇਹ ਦੋਨੋਂ ਹੀ ਭਾਸ਼ਾ ਵਿਗਿਆਨ ਦੀਆਂ ਸ਼ਾਖਾਵਾਂ ਹਨ। ਮਤਲਬ ਦੋਨਾਂ ਨੂੰ ਪੜ੍ਹਿਆ ਕਿਹਦੇ ਅੰਤਰਗਤ ਜਾਂਦਾ ਹੈ? ਭਾਸ਼ਾ ਵਿਗਿਆਨ ਦੇ ਅੰਤਰਗਤ। ਆ ਜੋ ਗੱਲ ਕਰੀਏ ਧੁਨੀ ਵਿਗਿਆਨ ਦੀ। ਧੁਨੀ ਵਿਗਿਆਨ ਦੇ ਵਿੱਚ 3 ਤਰ੍ਹਾਂ ਦੀਆਂ ਧੁਨੀਆਂ ਦਾ ਅਧਿਐਨ ਕਰਦੇ ਹਾਂ ਆਪਾਂ। ਧੁਨੀ ਵਿਗਿਆਨ ਦੇ ਵਿੱਚ ਕੋਈ ਬਾਹਲਾ ਹੈ ਨਹੀਂਗਾ। ਇੱਕ ਤਾਂ ਉਚਾਰ ਧੁਨੀ ਵਿਗਿਆਨ, ਇੱਕ ਹੈਗਾ ਭੌਤਿਕ ਜਾਂ ਸੰਚਾਰ ਧੁਨੀ ਵਿਗਿਆਨ, ਇੱਕ ਸ਼੍ਰਵਣੀ ਧੁਨੀ ਵਿਗਿਆਨ। ਦੇਖੋ ਉਚਾਰ ਧੁਨੀ ਵਿਗਿਆਨ ਦਾ ਤਾਂ ਸੰਬੰਧ ਹੈਗਾ ਵਕਤੇ ਨਾਲ। ਵਕਤਾ ਕਿਹਨੂੰ ਕਹਿੰਦੇ ਆ? ਬੋਲਣ ਵਾਲਾ। ਕੌਣ? ਬੋਲਣ ਵਾਲਾ। ਜਿਵੇਂ ਮੈਂ ਬੋਲ ਰਿਹਾ ਇਸ ਮੌਕੇ, ਮੈਂ ਵਕਤਾ, ਠੀਕ ਹੈ। ਭੌਤਿਕ ਜਾਂ ਸੰਚਾਰ ਧੁਨੀ ਵਿਗਿਆਨ, ਇਹ ਵਾਯੂ ਹੁੰਦੀ ਹੈ। ਦੇਖੋ ਸੰਚਾਰ ਦਾ ਸਾਧਨ ਹੁੰਦਾ ਵਾਯੂ ਹੀ ਹੁੰਦੀ ਹੈ। ਵਿਚਾਲੇ ਮੰਨ ਲਓ ਕੋਈ 2 ਆਦਮੀ ਆਪਸ 'ਚ ਗੱਲ ਕਰ ਰਹੇ ਆ ਤਾਂ ਉਹਨਾਂ ਦੇ ਵਿੱਚ ਜਿਹੜੀ ਵਿੱਥ ਹੈ ਉਸ ਨੂੰ ਕਿਹੜੀ ਚੀਜ਼ ਭਰ ਰਹੀ ਹੈ? ਵਾਯੂ ਭਰ ਰਹੀ ਹੈ। ਮੰਨ ਲਓ ਕਿ ਇੱਕ ਦੀ ਆਵਾਜ਼ ਦੂਸਰੇ ਦੇ ਕੰਨਾਂ ਤੱਕ ਪਹੁੰਚ ਰਹੀ ਆ, ਉਹਦਾ ਜ਼ਰੀਆ ਕੀ ਬਣ ਰਿਹਾ? ਮਾਧਮ, ਵਾਯੂ ਬਣ ਰਹੀ ਆ, ਹਵਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਦੂਸਰੇ ਸ਼ਬਦਾਂ ਦੇ ਵਿੱਚ। ਪਰ ਇੱਥੇ ਭਾਸ਼ਾ ਵਿਗਿਆਨ ਦੇ ਸ਼ਬਦਾਂ ਵਿੱਚ ਉਸ ਨੂੰ ਹਵਾ ਨਹੀਂ ਕਿਹਾ ਜਾਊਗਾ, ਉਸ ਨੂੰ ਵਾਯੂ ਕਿਹਾ ਜਾਊਗਾ। ਭੌਤਿਕ ਜਾਂ ਸੰਚਾਰ ਧੁਨੀ ਵਿਗਿਆਨ ਦਾ ਦੂਸਰਾ ਨਾਮ ਹੈ ਬੇਟਾ ਭੌਤਿਕ ਧੁਨੀ ਵਿਗਿਆਨ। ਧਿਆਨ ਰੱਖਣਾ ਹੈ, 2 ਨਾਮ ਹੈ, ਬਾਕੀਆਂ ਦਾ ਇੱਕ ਹੀ ਨਾਮ ਹੈ। ਉਚਾਰ ਧੁਨੀ ਵਿਗਿਆਨ ਜਾਂ ਸ਼੍ਰਵਣੀ ਧੁਨੀ ਵਿਗਿਆਨ, ਇਹਨਾਂ ਦਾ ਇੱਕ ਹੀ ਨਾਮ ਹੈ, ਪਰ ਇਹਦਾ ਹੈ ਆਪਾਂ ਉੱਪਰ ਪੜ੍ਹੇ ਸੀਗੇ ਨਾ, ਆਪਾਂ ਜਦੋਂ ਭਾਸ਼ਾ ਵਿਗਿਆਨ ਦੀ ਗੱਲ ਕਰ ਰਹੇ ਸੀ, ਲਓ ਉਹੀ ਗੱਲਾਂ ਆ ਗਈਆਂ ਇੱਥੇ। ਧੁਨੀ ਵਿਗਿਆਨ ਦੇ ਵਿੱਚ ਆਪਾਂ ਪੜ੍ਹਨਾ ਹੈ, ਇੱਕ ਤਾਂ ਉਚਾਰ ਧੁਨੀ ਵਿਗਿਆਨ, ਇਹਦਾ ਸੰਬੰਧ ਤਾਂ ਹੁੰਦਾ ਵਕਤੇ ਨਾਲ, ਬੋਲਣ ਵਾਲੇ ਨਾਲ। ਭੌਤਿਕ ਜਾਂ ਸੰਚਾਰ ਧੁਨੀ ਵਿਗਿਆਨ ਦਾ ਸੰਬੰਧ ਹੁੰਦਾ ਵਾਯੂ ਨਾਲ, ਵਿੱਚ ਮੈਸੇਜ ਦਾ ਸੰਚਾਰ, ਟਰਾਂਸਫਰ ਹੋਊਗਾ ਮੈਸੇਜ। ਸ਼੍ਰਵਣੀ ਧੁਨੀ ਵਿਗਿਆਨ ਦਾ ਸੰਬੰਧ ਹੈਗਾ ਸਰੋਤਾ, ਮਤਲਬ ਸੁਣਨ ਵਾਲਾ। ਸ਼੍ਰਵਣ ਆਪਾਂ ਕਿਹਦੇ ਨਾਲ ਸੁਣਦੇ ਹਾਂ? ਸ਼੍ਰਵਣ ਮਤਲਬ ਕੰਨਾਂ ਨਾਲ। ਸ਼੍ਰਵਣ ਦਾ ਸ਼ਾਬਦਿਕ ਅਰਥ ਹੁੰਦਾ ਕੰਨ, ਈਅਰਸ। ਹਾਂ, ਸੁਣਨ ਵਾਲਾ। ਠੀਕ ਹੈ ਬੇਟਾ ਜੀ, ਗੱਲ ਕਲੀਅਰ ਹੈ, ਕਾਮਨ ਜੀ ਗੱਲ ਹੈ, ਕੋਈ ਦਿੱਕਤ ਨਹੀਂ ਇੱਥੇ। ਹਾਂ, ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਉਚਾਰਨ ਧੁਨੀ ਵਿਗਿਆਨ ਜਾਂ ਉਚਾਰ ਧੁਨੀ ਵਿਗਿਆਨ ਜਿਹਨੂੰ ਮੈਂ ਕਿਹਾ। ਫੇਫੜਿਆਂ ਤੋਂ ਲੈ ਕੇ ਬੁੱਲ੍ਹਾਂ ਦਰਮਿਆਨ ਦੀ ਉਚਾਰਨ ਪ੍ਰਕਿਰਿਆ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ ਉਚਾਰਨ ਧੁਨੀ ਵਿਗਿਆਨ। ਉਚਾਰਨ ਧੁਨੀ ਵਿਗਿਆਨ ਦੇ ਵਿੱਚ ਤਾਂ ਪਿੱਛੇ ਗੱਲ ਕਰ ਚੁੱਕੇ ਸੀ ਆਪਾਂ ਭਾਸ਼ਾ ਵਿਗਿਆਨ ਵਾਲੀ, ਹੈ ਨਾ। ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਉਚਾਰਨ ਧੁਨੀ ਵਿਗਿਆਨ ਦੇ ਮਤਲਬ ਹੁੰਦਾ ਹੈ ਫੇਫੜਿਆਂ ਤੋਂ ਲੈ ਕੇ ਬੁੱਲ੍ਹਾਂ ਦੇ ਦਰਮਿਆਨ ਦੀ ਉਚਾਰਨ ਪ੍ਰਕਿਰਿਆ ਦਾ ਅਧਿਐਨ। ਠੀਕ ਹੈ, ਫੇਫੜਿਆਂ ਤੋਂ ਬਾਹਰ ਆਉਂਦੀ ਵਾਧੂ ਧਾਰਾ ਜਿਹੜੀ ਉਹ ਮੂੰਹ ਪੋਲ ਵਿੱਚ ਰੁਕ ਕੇ, ਵਾਧੂ ਧਾਰਾ ਜਿਹੜੀ ਫੇਫੜਿਆਂ ਤੋਂ ਬਾਹਰ ਆ ਰਹੀ ਹੈ, ਜਿਹੜੀ ਫੇਫੜਿਆਂ ਦੇ ਵਿੱਚੋਂ ਵਾਯੂ ਬਾਹਰ ਆਉਂਦੀ ਹੈ। ਦੇਖੋ ਫੇਫੜੇ ਆ ਜਿਹੜੇ ਉਹ ਆਪਣੇ ਸਾਹ ਲੈਣ ਦਾ ਜ਼ਰੀਆ ਹੈ ਨਾ। ਜਦੋਂ ਆਪਾਂ ਸਾਹ ਅੰਦਰ ਨੂੰ ਖਿੱਚਦੇ ਹਾਂ, ਬਾਹਰ ਨੂੰ ਕੱਢਦੇ ਹਾਂ, ਉਦੋਂ ਫੇਫੜੇ ਆ ਸਾਡੇ ਜਾਂ ਸਿੰਗੜਦੇ ਆ ਤੇ ਜਾਂ ਫੈਲਦੇ ਆ, ਹੈ ਨਾ। ਸੋ ਫੇਫੜਿਆਂ ਦੇ ਵਿੱਚ ਬਾਹਰ ਆਉਂਦੀ ਜਿਹੜੀ ਵਾਧੂ ਧਾਰਾ ਉਹ ਸਾਡੇ ਮੂੰਹ ਪੋਲ, ਓਰਲ ਕੈਵਿਟੀ, ਜਿਹੜੀ ਮੂੰਹ ਪੋਲ ਮਤਲਬ ਆ ਮੂੰਹ ਦੇ ਅੰਦਰ ਜਿਹੜਾ ਪੋਲ ਬਣਿਆ ਹੋਇਆ, ਇਸ ਨੂੰ ਕਿਹਾ ਜਾਂਦਾ ਮੂੰਹ ਪੋਲ। ਉਸ ਵਿੱਚ ਰੁਕ ਕੇ ਕਿਵੇਂ ਧੁਨੀਆਂ ਦਾ ਉਚਾਰਨ ਕਰਦੀ ਹੈ, ਇਹ ਆਪਾਂ ਉਚਾਰਨ ਧੁਨੀ ਵਿਗਿਆਨ ਦੇ ਵਿੱਚ ਪੜ੍ਹਦੇ ਹਾਂ। ਮੈਂ ਤੁਹਾਨੂੰ ਇਹ ਦੱਸ ਰਿਹਾ ਇੱਥੇ ਵੀ ਉਚਾਰਨ ਧੁਨੀ ਵਿਗਿਆਨ ਦੇ ਵਿੱਚ ਪੜ੍ਹਨਾ ਕੀ ਚੀਜ਼ ਹੈ, ਕੀ ਚੀਜ਼ ਪੜ੍ਹਦੇ ਹੁੰਦੇ ਆ ਆਪਾਂ। ਉਚਾਰਨ ਧੁਨੀ ਵਿਗਿਆਨ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ, ਇਹਦੇ ਵਿੱਚ ਕਿਹੜੀਆਂ ਗੱਲਾਂ ਆਪਾਂ ਪੜ੍ਹਦੀਆਂ ਹੁੰਦੀਆਂ, ਉਹਦੀ ਗੱਲ ਕਰ ਰਿਹਾ ਮੈਂ। ਧੁਨੀ ਉਚਾਰਨ ਸਥਾਨ ਕੀ ਹੈ, ਇਹਦੇ ਵਿੱਚ ਕੀ ਪੜ੍ਹਨਾ। ਇੱਕ ਤਾਂ ਧੁਨੀ ਉਚਾਰਨ ਸਥਾਨ ਮਤਲਬ ਕੀ ਹੈ ਵੀ ਕਿਹੜੀ ਧੁਨੀ ਕਿਹੜੇ ਸਥਾਨ ਤੋਂ ਉਚਾਰੀ ਜਾਂਦੀ ਹੈ। ਉਚਾਰਨ ਧੁਨੀ ਸਥਾਨ ਹੋ ਗਿਆ ਨਾ, ਕੋਈ ਦੰਤੀ ਧੁਨੀ ਹੈ, ਕੋਈ ਕੰਠੀ ਧੁਨੀ ਹੈ ਤੁਹਾਡੀ, ਉਹ ਉਚਾਰਨ ਸਥਾਨ ਹੈ। ਉਚਾਰਨ ਲਹਿਜਾ ਹੁੰਦਾ ਢੰਗ ਜਾਂ ਤਰੀਕਾ। ਲਹਿਜਾ ਢੰਗ ਜਾਂ ਤਰੀਕਾ ਹੁੰਦਾ। ਉਚਾਰਨ ਤਰੀਕੇ ਦੇ ਆਧਾਰ 'ਤੇ ਵੀ ਹੁੰਦੇ ਆ, ਉਚਾਰਨ ਕਰਨ ਦੇ ਤਰੀਕੇ ਹੁੰਦੇ ਆ ਅਲੱਗ-ਅਲੱਗ ਧੁਨੀਆਂ ਨੂੰ। ਉਚਾਰਨ ਅੰਗ, ਉਚਾਰਨ ਧੁਨੀਆਂ ਦੇ ਉਚਾਰਨ ਵੇਲੇ ਕਿਹੜੇ ਅੰਗਾਂ ਦਾ ਇਸਤੇਮਾਲ ਹੁੰਦਾ ਹੈ, ਉਹਨਾਂ ਦੇ ਬਾਰੇ ਗੱਲ ਕਰਨੀ ਉਚਾਰਨ ਧੁਨੀ ਵਿਗਿਆਨ 'ਚ। ਪੌਣ ਧਾਰਾ ਵਿਧੀਆਂ, ਸੋ ਵਾਯੂ ਧਾਰਾ ਜਾਂ ਪੌਣ ਧਾਰਾ ਵਿਧੀਆਂ ਜਿਹੜੀਆਂ ਉਹ ਆਪਾਂ ਸਾਰੀਆਂ ਉਚਾਰਨ ਧੁਨੀ ਵਿਗਿਆਨ ਦੇ ਵਿੱਚ ਗੱਲ ਕਰਦੇ ਹਾਂ। ਧੁਨੀ ਸਰੋਤ ਤੋਂ ਲੈ ਕੇ ਉਚਾਰਨ ਤੱਕ ਦਾ ਅਧਿਐਨ। ਧੁਨੀ ਸਰੋਤ ਕੀ ਹੈ, ਦੂਸਰੇ ਸ਼ਬਦਾਂ ਦੇ ਵਿੱਚ ਫੇਫੜਿਆਂ ਤੋਂ ਲੈ ਕੇ ਬੁੱਲ੍ਹਾਂ ਤੱਕ ਦੀ ਉਚਾਰਨ ਪ੍ਰਕਿਰਿਆ ਦਾ ਅਧਿਐਨ। ਧੁਨੀ ਸਰੋਤ ਹੈਗੇ ਆ ਫੇਫੜੇ ਆ। ਧੁਨੀ ਸਰੋਤ ਹੁੰਦੀ ਆ ਵੀ ਸਰੋਤ ਹੁੰਦਾ ਵੀ ਮਾਧਿਅਮ, ਜ਼ਰੀਆ, ਜਿੱਥੋਂ ਪੈਦਾ ਹੁੰਦੀ ਹੈ ਚੀਜ਼।
ਪੈਦਾ ਹੋਣਾ। ਸੋ ਧੁਨੀ ਪੈਦਾ ਕਿੱਥੋਂ ਹੋਣੀ ਸ਼ੁਰੂ ਹੁੰਦੀ ਹੈ? ਫੇਫੜਿਆਂ ਤੋਂ। ਫੇਫੜਿਆਂ ਤੋਂ ਲੈ ਕੇ ਉਚਾਰਨ ਕਰਨ ਤੱਕ। ਉਚਾਰਨ ਦੇ ਵਿੱਚ ਸਭ ਤੋਂ ਲਾਸਟ ਦੇ ਵਿੱਚ ਹੈਲਪ ਕੌਣ ਕਰਦੇ ਆ? ਸਾਡੇ ਬੁੱਲ। ਇੱਥੇ ਸਾਡਾ ਉਚਾਰਨ ਖਤਮ ਹੁੰਦਾ ਹੈ। ਉਚਾਰਨ ਸ਼ੁਰੂ, ਉਚਾਰਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਫੇਫੜਿਆਂ ਤੋਂ ਤੇ ਬੁੱਲਾਂ ਤੇ ਜਾ ਕੇ ਉਚਾਰਨ ਦੀ ਪ੍ਰਕਿਰਿਆ ਖਤਮ ਹੁੰਦੀ ਹੈ। ਇਹ ਅਸੀਂ ਪੜ੍ਹਦੇ ਹਾਂ ਇਹਦੇ ਵਿੱਚ ਉਚਾਰਨ ਧੁਨੀ ਵਿਗਿਆਨ ਦੇ ਵਿੱਚ ਪੜ੍ਹਦੇ ਹਾਂ ਸਾਰੀਆਂ ਚੀਜ਼ਾਂ ਆਪਾਂ। ਉਚਾਰਨ ਅੰਗ। ਅੱਛਾ ਹੁਣ ਆ ਜਾਓ, ਹੁਣ ਮੈਂ ਇੱਥੇ ਲਿਖਿਆ ਹੋਇਆ ਵੀ ਉਚਾਰਨ ਸਥਾਨ, ਉਚਾਰਨ ਲਹਿਜਾ, ਉਚਾਰਨ ਅੰਗ, ਪੌਣ ਧਾਰਾ ਵਿਧੀਆਂ। ਇਹਨਾਂ ਵਿੱਚੋਂ ਕੁਝ ਗੱਲਾਂ ਇੰਪੋਰਟੈਂਟ ਆ ਤੁਹਾਡੇ ਵਾਸਤੇ, ਉਹ ਮੈਂ ਦੱਸ ਦਿੰਦਾ। ਆ ਜਾਓ ਫਿਰ ਉਚਾਰਨ ਅੰਗਾਂ ਦਾ ਥੋੜ੍ਹਾ ਜਿਹਾ ਧਿਆਨ ਹੋਣਾ ਚਾਹੀਦਾ। ਉਚਾਰਨ ਅੰਗਾਂ ਦਾ ਜ਼ਿਕਰ ਆਊਗਾ ਉਚਾਰਨ ਸਥਾਨ ਦੇ ਆਧਾਰ 'ਤੇ ਜਾਂ ਕਿਵੇਂ ਆ, ਫਿਰ ਤੁਸੀਂ ਕਹੋਗੇ ਵੀ ਸਰ ਇਹ ਉਚਾਰਨ ਅੰਗ ਦਾ ਨਾਮ ਕੀ ਹੈ? ਉਚਾਰਨ ਅੰਗਾਂ ਦੇ ਵਿੱਚ ਹੋਂਠ, ਜਿਨ੍ਹਾਂ ਨੂੰ ਆਪਾਂ ਬੁੱਲ ਕਹਿ ਦਿੰਦੇ ਹਾਂ, ਦੰਦ, ਦੰਦ ਪਠਾਰ ਵੀ ਆਊਗਾ ਇੱਕ ਸ਼ਬਦ। ਮੈਂ ਕਿਹਾ ਤੁਹਾਨੂੰ ਦਿੱਕਤ ਨਾ ਆਵੇ ਵੀ ਦੰਦ ਪਠਾਰ ਕਿਹਨੂੰ ਕਹਿੰਦੇ ਆ? ਸਰ ਦੰਦ ਪਠਾਰ, ਦੰਦ ਪਠਾਰ ਹੁੰਦਾ ਦੰਦਾਂ ਦਾ ਪਿਛਲਾ ਪਾਸਾ, ਉਸ ਨੂੰ ਕਿਹਾ ਜਾਂਦਾ ਹੈ ਦੰਦ ਪਠਾਰ। ਦੰਦਾਂ ਦਾ ਪਿਛਲਾ ਪਾਸਾ ਦੰਦ ਪਠਾਰ ਹੁੰਦਾ ਜਿਹੜਾ। ਦੰਦਾਂ ਦਾ ਪਿਛਲਾ ਪਾਸਾ, ਉੱਪਰ ਵਾਲੇ ਤੇ ਥੱਲੜੇ ਵਾਲੇ ਦੰਦਾਂ ਦਾ ਪਿਛਲਾ ਪਾਸਾ, ਜਮਾਂ ਨੇੜੇ ਦੰਦਾਂ ਦੇ ਹੱਥ ਲਾ ਕੇ ਦੇਖ ਸਕਦੇ ਹੋ ਤੁਸੀਂ। ਮੈਂ ਤਾਂ ਹੱਥ ਲਾਉਂਦਾ ਚੰਗਾ ਨਹੀਂ ਲੱਗਣਾ ਹੁਣ ਕਲਾਸ 'ਚ, ਹੈ ਨਾ। ਤੁਸੀਂ ਥੋੜ੍ਹਾ ਜਿਹਾ ਹੱਥ ਲਾ ਕੇ ਦੇਖ ਸਕਦੇ ਹੋ ਵੀ ਦੰਦਾਂ ਦਾ ਪਿਛਲਾ ਪਾਸਾ, ਉਹਨੂੰ ਦੰਦ ਪਠਾਰ ਕਹਿੰਦੇ। ਮਤਲਬ ਤਾਂ ਇਹਦਾ ਇਹੀ ਹੈ ਨਾ ਵੀ ਦੰਦ ਪਠਾਰ ਤਾਂ ਉਹੀ ਹੋਊਗਾ ਵੀ ਜਿਹੜਾ ਹਿੱਸਾ ਦੰਦਾਂ ਦੇ ਨੇੜੇ ਹੋਊਗਾ। ਕੋਈ ਐ ਤਾਂ ਇਹ ਨਹੀਂ ਵੀ ਦੰਦਾਂ ਤੋਂ ਦੂਰ ਹੈ ਕੋਈ ਉਹਨੂੰ ਕਹਿ ਦੂਗਾ ਉਹ ਦੰਦ ਪਠਾਰ। ਦੰਦਾਂ ਦੇ ਨੇੜੇ ਰਹੋ, ਉਸ ਦੰਦਾਂ ਦੇ ਨੇੜੇ ਜਿਹੜੀ ਜਗ੍ਹਾ ਉਹਨੂੰ ਦੰਦ ਪਠਾਰ ਕਿਹਾ ਜਾਂਦਾ। ਹਾਂ, ਸਖਤ ਤਾੜੂ ਦਾ ਨਾਮ ਆਊਗਾ। ਸਖਤ ਤਾੜੂ ਕਿਹਾ ਜਾਂਦਾ ਦੰਦ ਪਠਾਰ ਦਾ ਤੁਰੰਤ ਪਿਛਲਾ ਪਾਸਾ। ਠੀਕ ਹੈ, ਹੁਣ ਤੁਸੀਂ ਇਹ ਸਮਝੋ ਵੀ ਆ ਮੰਨ ਲਓ, ਚਲੋ ਆ ਜਾਓ ਮੈਂ ਦੱਸਦਾ ਤੁਹਾਨੂੰ ਤਰੀਕਾ। ਆਹ ਮੰਨ ਲਓ ਆਪਣੇ ਦੰਦ, ਹਾਲਾਂਕਿ ਮੈਨੂੰ ਵਧੀਆ ਬਣਾਉਣੇ ਨਹੀਂ ਆਏ, ਚਲੋ ਕੋਈ ਦਿੱਕਤ ਨਹੀਂ। ਆਹ ਦੰਦ ਮੰਨ ਲਓ, ਅਗਲੇ ਦੰਦ ਆ ਹੈ ਨਾ, ਐਵੇਂ ਥੋੜ੍ਹੇ ਜਿਹੇ ਗੋਲ ਜਿਹੇ ਆ। ਠੀਕ ਹੈ, ਆ ਅੰਦਰਲਾ ਮੂੰਹ ਆਪਣਾ, ਆਹ ਪੂਰਾ ਆ ਬੂਥਾ ਮੰਨ ਲਓ ਪੂਰਾ ਆਪਣਾ। ਠੀਕ ਹੈ, ਹਾਂ ਇਹਦੇ ਜਸਟ ਪਿਛਲਾ ਹਿੱਸਾ ਜਿਹੜਾ ਆਹ ਤਾਂ ਹੈ ਦੰਦ ਪਠਾਰ। ਇੱਥੇ ਹੈ ਜਿੱਥੋਂ ਦੰਦ ਨਿਕਲੇ ਆਪਣੇ ਦੰਦ ਪਠਾਰ। ਜਦੋਂ ਆਪਾਂ ਅੰਦਰ ਮੂੰਹ ਦੇ ਅੰਦਰ ਜਦੋਂ ਆਪਾਂ ਹੱਥ ਲਾਉਣੇ ਪਾਸਿਆਂ 'ਤੇ, ਉਹ ਤਾਂ ਹੈ ਸਾਡੇ ਦੰਦ ਪਠਾਰ। ਵੈਸੇ ਹੀ ਦੱਸ ਦਿੰਦਾ ਤੁਹਾਨੂੰ, ਮੈਨੂੰ ਤਾਂ ਕੋਈ ਇਹਦੇ ਕੋਈ, ਮੈਂ ਕਿਹੜਾ ਕੋਈ ਆਪਣੇ ਕੋਈ ਚਿੱਤਰਕਾਰ ਥੋੜ੍ਹਾ ਮੈਂ ਤੁਹਾਨੂੰ। ਉਸ ਤੋਂ ਜਸਟ ਪਿੱਛੇ ਆ ਗਿਆ ਇੱਥੇ ਤੁਹਾਡਾ ਸਖਤ ਤਾਲੂ ਹੈ। ਆਹ ਤੁਹਾਡਾ ਸਖਤ ਤਾਲੂ ਹੈ। ਠੀਕ ਹੈ, ਤੁਹਾਡਾ ਮੇਰਾ ਵੀ ਹੈ, ਮੈਂ ਕੋਈ ਅੱਡ ਥੋੜ੍ਹਾ ਮੰਗਲ ਗ੍ਰਹਿ ਤੋਂ ਥੋੜ੍ਹਾ ਆਇਆ ਮੈਂ। ਦੰਦ ਪਠਾਰ ਦਾ ਤੁਰੰਤ ਪਿਛਲਾ ਪਾਸਾ ਜਿਹੜਾ ਉਹ ਕੋਮਲ ਤਾਲੂ ਕਿਹੜਾ ਆ ਗਿਆ? ਸਖਤ ਤਾਲੂ ਤੋਂ ਸਖਤ ਤਾਲੂ ਤੇ ਕਾਕਲ ਦੇ ਵਿਚਕਾਰ ਵਾਲਾ ਹਿੱਸਾ। ਅੱਛਾ, ਇੱਕ ਹੈਗਾ ਕਾਕਲ, ਤਾਲੂ ਦਾ ਬਿਲਕੁਲ ਅਖੀਰਲਾ ਹਿੱਸਾ, ਉਹਨੂੰ ਕਿਹਾ ਜਾਂਦਾ ਕਾਕਲ। ਤਾਲੂ ਦਾ ਅਖੀਰਲਾ ਹਿੱਸਾ ਤੁਸੀਂ ਇੱਥੇ ਜੇ ਮੰਨ ਲਓ, ਇੱਥੇ ਜੇ ਮੰਨ ਕੇ ਚੱਲੋ, ਇੱਥੇ ਉਹ ਕਾਂਜਾ ਆ ਜਾਂਦਾ ਅਤੇ ਅੱਗੇ ਸਾਹ ਨਲੀ ਚੱਲ ਪੈਂਦੀ ਹੈ, ਐਵੇਂ ਸਮਝ ਲਓ ਤੁਸੀਂ ਇਸ ਗੱਲ ਨੂੰ, ਹੈ ਨਾ। ਹਾਂ, ਤਾਲੂ ਦਾ ਬਿਲਕੁਲ ਅਖੀਰਲਾ ਹਿੱਸਾ ਆ ਜਿਹੜਾ ਆ ਕਾਕਲ ਹੈ ਇੱਥੇ। ਅਤੇ ਉਸ ਤੋਂ ਬਾਅਦ ਕੋਮਲ ਤਾਲੂ ਆ ਜਿਹੜਾ ਸਖਤ ਤਾਲੂ ਅਤੇ ਕਾਕਲ ਵਾਲਾ ਆ ਵਿਚਕਾਰਲਾ ਹਿੱਸਾ ਰਹਿ ਜਾਂਦਾ ਜਿਹੜਾ, ਇਹਨੂੰ ਕੋਮਲ ਤਾਲੂ ਕਿਹਾ ਜਾਂਦਾ ਹੈ। ਇਹ ਸਾਡਾ ਕੋਮਲ ਹੈ ਥੋੜ੍ਹਾ ਜਿਹਾ ਤਾਲੂ। ਅਗਰ ਤੁਸੀਂ ਜੀਭ ਲਾ ਕੇ ਵੀ ਦੇਖੋ, ਹਾਂ ਜੀਭ ਤੋਂ ਵੀ ਪਤਾ ਲੱਗਦਾ ਵੀ ਅਗਲਾ ਜਿਹੜਾ ਤਾਲੂ ਆ ਉਹ ਸਖਤ ਹੈ ਅਤੇ ਪਿਛਲਾ ਉਦੋਂ ਪਿਛਲਾ ਜਿਹੜਾ ਕੋਮਲ ਤਾਲੂ ਕਿਉਂ ਆ? ਕਿਉਂਕਿ ਉਹ ਥੋੜ੍ਹਾ ਕੋਮਲ ਹੈ। ਅਤੇ ਉਸ ਤੋਂ ਪਿੱਛੇ ਕਾਕਲ ਹੈ। ਕਾਕਲ ਤੱਕ ਵੀ ਆਪਾਂ ਨੂੰ ਜੀਭ ਲੱਗ, ਹਾਂ ਕਾਕਲ ਪਿੱਛੇ, ਤਾਂ ਬਿਲਕੁਲ ਅਖੀਰਲਾ ਹਿੱਸਾ। ਅਤੇ ਫਿਰ ਆ ਗਈ ਜੀ ਜੀਭ। ਲਓ ਆਹ ਹੈਗੇ ਉਚਾਰਨ ਅੰਗ। ਇਹ ਉਚਾਰਨ ਅੰਗ ਜਦੋਂ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਦਾ ਆਪਾਂ ਵਰਗੀਕਰਨ ਕਰਾਂਗੇ, ਉਦੋਂ ਉਚਾਰਨ ਅੰਗਾਂ ਦਾ ਜ਼ਿਕਰ ਆਊਗਾ ਅਤੇ ਉਦੋਂ ਬੇਟਾ ਜੀ ਤੁਸੀਂ ਇਹ ਕਲੀਅਰ ਕਰ ਲੈਣਾ। ਠੀਕ ਹੈ, ਉਹਦੇ ਵਿੱਚ ਆਪਣੀ ਪੂਰੀਆਂ ਇਹ ਆਉਣਗੇ ਸ਼ਬਦ ਉਦੋਂ। ਇਹ ਸੀ ਸਾਡੇ ਉਚਾਰਨ ਅੰਗ। ਹੁਣ ਆਪਾਂ ਗੱਲ ਕਰਦੇ ਹਾਂ, ਦੇਖੋ ਉਚਾਰਨ ਦੀ ਦ੍ਰਿਸ਼ਟੀ ਤੋਂ ਜੀਭ ਦੁਆਰਾ ਉਚਰਿਤ ਧੁਨੀਆਂ ਨੂੰ 3 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਦੇਖੋ ਉਚਾਰਨ ਦ੍ਰਿਸ਼ਟੀ ਤੋਂ ਜੀਭ ਜਿਹੜੀ ਹੈ ਉਹ 3 ਤਰੀਕੇ ਨਾਲ ਧੁਨੀਆਂ ਦਾ ਉਚਾਰਨ ਕਰਦੀ ਹੈ। ਉਚਾਰਨ ਦ੍ਰਿਸ਼ਟੀ ਤੋਂ ਜੀਭ ਹੈ ਜਿਹੜੀ ਉਹ 3 ਤਰੀਕੇ ਨਾਲ 3 ਹਿੱਸਿਆਂ ਦੇ ਵਿੱਚ ਇਸ ਕਰਕੇ ਇਹਨੂੰ ਵੰਡਿਆ ਗਿਆ। ਅਗਲੇ ਪਾਸੇ ਦੁਆਰਾ ਦੰਤੀ ਅਤੇ ਦੰਦ ਪਠਾਰੀ। ਜਦੋਂ ਤਾਂ ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਅਗਲਾ ਪਾਸਾ ਜ਼ਿਆਦਾ ਕੰਮ ਕਰੇ। ਜੀਭ 3 ਹਿੱਸਿਆਂ ਦੇ ਵਿੱਚ ਹੁੰਦੀ ਹੈ, ਇੱਕ ਅਗਲਾ ਪਾਸਾ, ਇੱਕ ਵਿਚਕਾਰਲਾ, ਇੱਕ ਜੀਭ ਦਾ ਪਿਛਲਾ ਪਾਸਾ। 3 ਹਿੱਸਿਆਂ 'ਚ ਵੰਡੀ ਹੋਈ ਹੈ। ਇਸ ਕਰਕੇ 3 ਹੀ ਤਰੀਕਿਆਂ ਨਾਲ ਜੀਭ ਤੋਂ ਕੰਮ ਲਿਆ ਜਾਂਦਾ ਹੈ। ਉਹਨੂੰ ਕਿਹਾ ਜਾਂਦਾ ਉਚਾਰਨ ਦ੍ਰਿਸ਼ਟੀ। ਅਗਲਾ ਜਦੋਂ ਜੀਭ ਦੇ ਅਗਲੇ ਪਾਸੇ ਦੁਆਰਾ ਕੋਈ ਧੁਨੀ ਆਪਾਂ ਧੁਨੀ ਦਾ ਉਚਾਰਨ ਕਰਦੇ ਹਾਂ ਤਾਂ ਉਹ ਦੰਤੀ ਅਤੇ ਦੰਦ ਪਠਾਰੀ ਧੁਨੀ ਉਸ ਨੂੰ ਕਿਹਾ ਜਾਂਦਾ ਹੈ।
ਦੰਤੀ ਧੁਨੀਆਂ ਜਿਹੜੀਆਂ ਆਪਾਂ ਜਦੋਂ ਪੜ੍ਹਦੇ ਹਾਂ ਆਪਾਂ ਸਾਡੀਆਂ ਤ ਥ ਦ ਇਹਦੇ ਵਿੱਚ ਤੁਸੀਂ ਬੋਲੋਗੇ ਜਦੋਂ ਇਹਨੂੰ ਤ ਥ ਦ ਤ ਤਾਂ ਇਹ ਧੁਨੀਆਂ ਦੇ ਵਿੱਚ ਜੀਭ ਦਾ ਅਗਲਾ ਪਾਸਾ ਯੂਜ ਕੀਤਾ ਜਾ ਰਿਹਾ, ਇਸ ਕਰਕੇ ਇਸ ਨੂੰ ਕਿਹਾ ਜਾਂਦਾ ਹੈ ਦੰਤੀ। ਵਿਚਕਾਰਲੇ ਹਿੱਸੇ ਦੁਆਰਾ ਤਾਲਵੀ ਧੁਨੀਆਂ ਦੀ ਧੁਨੀਆਂ ਜਿਹੜੀਆਂ ਉਹ ਪੈਦਾ ਹੁੰਦੀਆਂ ਜਦੋਂ ਜੀਭ ਦਾ ਵਿਚਕਾਰਲਾ ਹਿੱਸਾ। ਲਓ ਹੁਣ ਤੁਸੀਂ ਤਾਲਵੀ ਧੁਨੀਆਂ ਦੇ ਜਿਹੜੀਆਂ ਉਹ ਆਪਣੇ ਬੋਲ ਕੇ ਦੇਖ ਲਓ। ਤਾਲਵੀ ਪਿਛਲੇ ਹਿੱਸੇ ਦੁਆਰਾ ਕੰਠੀ ਜਾਂ ਕੋਮਲ ਤਾਲਵੀ। ਕੰਠੀ ਧੁਨੀਆਂ ਜਦੋਂ ਜੀਭ ਦਾ ਪਿਛਲਾ ਹਿੱਸਾ ਜ਼ਿਆਦਾ ਕੰਮ ਕਰੇ, ਜੀਭ ਦਾ ਪਿਛਲਾ ਹਿੱਸਾ ਕ ਖ ਗ ਕ, ਤੁਸੀਂ ਦੇਖੋ ਬੋਲ ਕੇ ਤਾਂ ਜੀਭ ਦਾ ਪਿਛਲਾ ਹਿੱਸਾ ਪਿਛਲੇ ਤਾਲੂਆਂ ਨੂੰ ਟੱਚ ਕਰ ਰਿਹਾ, ਤਾਂ ਇਹ ਟੱਚ ਕਰ ਰਿਹਾ, ਇਸ ਦਾ ਮਤਲਬ ਉਸ ਨੂੰ ਕੰਠੀ ਜਾਂ ਕੋਮਲ ਤਾਲਵੀ। ਮਤਲਬ ਕਿਉਂਕਿ ਉਸ ਨੂੰ ਕੰਠੀ ਜਾਂ ਕੋਮਲ ਤਾਲਵੀ ਕਿਉਂ ਕਹਿੰਦੇ ਆ? ਕਿਉਂਕਿ ਜੀਭ ਦਾ ਪਿਛਲਾ ਹਿੱਸਾ ਕੋਮਲ ਤਾਲਵੇ ਨਾਲ ਉਹ ਟੱਚ ਕਰ ਰਿਹਾ। ਠੀਕ ਹੈ, ਇਹ ਕਾਮਨ ਜਿਹੀਆਂ ਗੱਲਾਂ। ਇਹ ਜਿਹੜਾ ਧੁਨੀਆਂ ਦਾ ਵਰਗੀਕਰਨ ਸੀਗਾ ਕੰਠੀ ਤਾਲਵੀ, ਇਹ ਆਪਾਂ ਰੀਟ ਦੇ ਵਿੱਚ ਪੜ੍ਹ ਚੁੱਕੇ ਹਾਂ। YouTube 'ਤੇ ਮੇਰੀ ਵੀਡੀਓ ਵੀ ਪਈ ਹੈ ਬਕਾਇਦਾ, ਉਹ ਤੁਸੀਂ ਦੇਖ ਸਕਦੇ ਹੋ। ਉਚਾਰਨ ਪ੍ਰਕਿਰਿਆ। ਉਚਾਰਨ ਦੀ ਪ੍ਰਕਿਰਿਆ ਦੇ ਵਿੱਚ ਕੀ ਕੀ ਦੇਖੋ ਚੀਜ਼ਾਂ ਕੰਮ ਆਉਂਦੀਆਂ, ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ। ਆ ਜਾਓ, ਉਚਾਰਨ ਪ੍ਰਕਿਰਿਆ। ਲਓ ਤੁਹਾਨੂੰ ਉਚਾਰਨ ਪ੍ਰਕਿਰਿਆ ਦੱਸਦੇ ਆ ਵੀ ਉਚਾਰਨ ਪ੍ਰਕਿਰਿਆ ਦੀ ਕਿਵੇਂ ਦੀ ਹੁੰਦੀ ਹੈ। ਹਾਂ, ਉਚਾਰਨ ਪ੍ਰਕਿਰਿਆ ਦੇ ਵਿੱਚ 3 ਚੀਜ਼ਾਂ ਹੁੰਦੀਆਂ। ਇੱਕ ਹੁੰਦੀ ਆ ਸਾਹ ਪ੍ਰਣਾਲੀ। ਉਚਾਰਨ ਪ੍ਰਣਾਲੀ ਦੇ ਵਿੱਚ, ਉਚਾਰਨ ਪ੍ਰਕਿਰਿਆ ਦੇ ਵਿੱਚ ਇੱਕ ਤਾਂ ਸਾਹ ਪ੍ਰਣਾਲੀ ਹੁੰਦੀ ਹੈ, ਇੱਕ ਧੁਨੀ ਪ੍ਰਣਾਲੀ ਹੁੰਦੀ ਹੈ, ਇੱਕ ਉਚਾਰਨ ਪ੍ਰਣਾਲੀ ਹੁੰਦੀ ਹੈ। ਸੋ ਉਚਾਰਨ ਪ੍ਰਕਿਰਿਆ ਦੇ ਆਧਾਰ 'ਤੇ ਕੀ ਹੈ? ਉਚਾਰਨ ਪ੍ਰਕਿਰਿਆ ਦੇ ਆਧਾਰ 'ਤੇ ਅੰਗ ਹੈ ਜਿਹੜੇ ਉਹ ਅਲੱਗ-ਅਲੱਗ ਭਾਗਾਂ ਦੇ ਵਿੱਚ ਵੰਡੇ ਜਾਂਦੇ ਆ। ਉਚਾਰਨ ਅੰਗ ਕਿਹੜੇ-ਕਿਹੜੇ ਇਸਤੇਮਾਲ ਹੁੰਦੇ ਆ? ਹਾਲਾਂਕਿ ਅੰਗ ਤਾਂ ਬਹੁਤ ਇਸਤੇਮਾਲ ਹੁੰਦੇ, ਪਰ ਉੱਪਰ ਮੈਂ ਗਿਣੇ ਚੁਣੇ ਕਿਉਂ ਦੱਸੇ ਆ? ਮੈਂ ਕਿਹਾ ਉਹ ਜ਼ਿਆਦਾ ਜ਼ਰੂਰੀ ਹੈ। ਉਹਨਾਂ ਦੇ ਨਾਮ ਥੋੜ੍ਹੇ ਜਿਹੇ ਤੁਹਾਡੇ ਨਾਲ ਕਲੀਅਰ। ਹੁਣ ਜਿਵੇਂ ਦੰਦ ਪਠਾਰ ਜੇ ਤੁਹਾਨੂੰ ਨਹੀਂ ਪਤਾ ਹੈ ਨਾ, ਕੋਮਲ ਤਾਲੂ ਹੈ, ਸਖਤ ਤਾਲੂ ਹੈ, ਇਹ ਜਿਹੜੇ ਥੋੜ੍ਹੇ ਜਿਹੇ ਜ਼ਰੂਰੀ ਸੀ ਦੱਸਣੇ ਤੁਹਾਨੂੰ। ਸਾਹ ਪ੍ਰਣਾਲੀ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਕੰਮ ਆਉਂਦੀਆਂ? ਫੇਫੜੇ, ਪੱਠੇ ਅਤੇ ਸਾਹ ਨਲੀ। ਠੀਕ ਹੈ, ਦੇਖੋ ਫੇਫੜੇ ਅਤੇ ਉਸ ਤੋਂ ਬਾਅਦ ਪੱਠੇ ਅਤੇ ਸਾਹ ਨਲੀ। ਦੇਖੋ ਪੱਠੇ ਤਾਂ ਹੁੰਦੇ ਆ ਕਈ ਪ੍ਰਕਾਰ ਦੇ। ਇੱਕ ਹੁੰਦੇ ਆ ਪਸ਼ੂਆਂ ਨੂੰ ਪਾਉਣ ਵਾਲੇ ਪੱਠੇ, ਇੱਕ ਹੁੰਦੇ ਆ ਉੱਲੂ ਦੇ ਪੱਠੇ। ਅਤੇ ਇਹ ਆ ਜਿਹੜੇ ਪੱਠੇ, ਦੇਖੋ ਮਸਲਜ਼ ਹੁੰਦੇ ਆ ਫੇਫੜਿਆਂ ਦੇ ਅੰਦਰ ਉੱਪਰ ਵਾਲੀ ਸਾਈਡ ਨਾ ਮਸਲਜ਼ ਹੁੰਦੇ ਆ, ਉਹ ਮਸਲਜ਼ ਨੂੰ ਕਿਹਾ ਜਾਂਦਾ ਪੱਠੇ। ਮਸਲ ਜਿਹੜੇ ਹੁੰਦੇ ਆ ਅੰਗਰੇਜ਼ੀ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਮਸਲ ਮਾਸਪੇਸ਼ੀਆਂ ਕਹਿ ਦਿੰਦੇ ਆ, ਪੱਠੇ ਉਹ ਕੀ ਹੈ ਵੀ ਫੇਫੜਿਆਂ ਦੇ ਨਾਲ ਸਹਾਇਤਾ ਕਰਦੇ ਆ ਬੋਲਣ ਦੇ ਵਿੱਚ। ਫੇਫੜੇ ਅਤੇ ਪੱਠੇ। ਅਤੇ ਸਾਹ ਨਲੀ ਦਾ ਤੁਹਾਨੂੰ ਪਤਾ ਹੀ ਹੈ, ਜਿਹੜੀ ਫੇਫੜਿਆਂ ਨਾਲ ਟੱਚ ਹੋ ਕੇ ਉੱਪਰ ਵੱਲ ਨੂੰ ਆਉਂਦੀ ਹੈ ਸਾਡੀ, ਜਿਹਦੇ ਰਾਹੀਂ ਅਸੀਂ ਸਾਹ ਲੈਂਦੇ ਹਾਂ। ਸਾਹ ਨਲੀ, ਉਹ ਜਿਹੜੀ ਨਲੀ ਹੈ, ਜਿਹੜੀ ਨਲੀਆਂ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ, ਹਾਲਾਂਕਿ ਉਹ ਚਲੋ ਕੀ ਦੱਸਣੀ ਹੈ ਤੁਹਾਨੂੰ ਪਤਾ ਵੀ ਨਲੀ ਹੈ ਜਿਹੜੀ ਉਹ ਇੱਥੇ ਹੈ, ਜਿਹੜੀ ਉਹ ਸਾਹ ਨਲੀ ਦੀ ਗੱਲ ਕਰਨੀ ਹੈ ਆਪਾਂ। ਠੀਕ ਹੈ, ਹਾਂਜੀ। ਧੁਨੀ ਪ੍ਰਣਾਲੀ ਵਿੱਚ ਕਿ ਇੱਕ ਸਾਹ ਪ੍ਰਣਾਲੀ ਹੋ ਗਈ। ਸਾਹ ਪ੍ਰਣਾਲੀ ਦੇ ਵਿੱਚ 3 ਅੰਗ, ਫੇਫੜੇ, ਪੱਠੇ ਅਤੇ ਸਾਹ ਨਲੀ। ਧੁਨੀ ਪ੍ਰਣਾਲੀ 'ਚ ਕਿਹੜੇ-ਕਿਹੜੇ ਆ? ਇੱਕ ਤਾਂ ਕੰਠ ਪਠਾਰ। ਠੀਕ ਹੈ, ਗਲੇ ਦਾ ਕੰਠ ਪਠਾਰ ਮਤਲਬ ਪੂਰਾ ਜਿਹੜਾ ਗਲੇ ਵਾਲਾ ਸਿਸਟਮ ਪੂਰਾ। ਅਤੇ ਅੱਗੇ ਉਹਦੇ ਵਿੱਚ ਨਾਦ ਤੰਤਰੀਆਂ ਜਿਹੜੀਆਂ, ਕੰਠ ਪਠਾਰ। ਉਸ ਤੋਂ ਬਾਅਦ ਦੇਖੋ ਸਾਹ ਨਲੀ ਤੋਂ ਬਾਅਦ ਅਗਲਾ ਜਿਹੜਾ ਅੰਗ ਆਉਂਦਾ ਹੈ ਜਿਹੜਾ ਉਹ ਹੁੰਦਾ ਕੰਠ ਪਠਾਰ, ਜਿੱਥੋਂ ਆਪਣਾ ਕੰਠ ਸ਼ੁਰੂ ਹੁੰਦਾ, ਕੰਠ ਵਾਲੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਅਤੇ ਕੰਠ ਪਠਾਰ ਦੇ ਨਾਲ ਹੀ ਕੀ ਆ? ਉੱਥੇ ਕੀ ਆ? ਕੰਠ ਪਠਾਰ ਦੇ ਵਿੱਚ ਹੈ ਕੀ ਆ? ਨਾਦ ਤੰਤਰੀਆਂ, ਜਿਨ੍ਹਾਂ ਨੂੰ ਆਪਾਂ ਰਗਾਂ ਕਹਿ ਦਿੰਦੇ ਹਾਂ। ਰਗਾਂ, ਨਾਦ ਤੰਤਰੀਆਂ, ਜਿਹਨੂੰ ਬੋਲਣ ਲੱਗਿਆ, ਜਿਹਦਾ ਬੋਲਣ ਵੇਲੇ ਗਲਾ ਬੈਠਦਾ, ਜਿਹਦਾ ਬੋਲਣ ਵੇਲੇ ਜ਼ੋਰ ਜ਼ਿਆਦਾ ਲੱਗਦਾ, ਜਿਵੇਂ ਕਿ ਮੇਰਾ, ਉਹਦੀਆਂ ਰਗਾਂ 'ਚ ਸਮੱਸਿਆ ਹੁੰਦੀ ਆ, ਉਹਦੀਆਂ ਰਗਾਂ ਬੈਠੀਆਂ ਹੁੰਦੀਆਂ। ਬੈਠੀਆਂ ਮਤਲਬ ਐਵੇਂ ਨਹੀਂ ਵੀ ਕੋਈ ਕੁਰਸੀ ਕਰਸੀ ਡਾਹ ਕੇ ਜਾਂ ਥੱਲੇ ਬੈਠੀਆਂ, ਐਵੇਂ ਨਹੀਂ, ਉਹਦੀਆਂ ਰਗਾਂ ਬੈਠੀਆਂ ਮੰਨੀਆਂ ਜਾਂਦੀਆਂ। ਆਹ ਜਿਹੜੀਆਂ ਆਹ ਜਿਹੜੀਆਂ ਹੁੰਦੀਆਂ ਨਾ ਨਾੜਾਂ, ਤੁਸੀਂ ਕਈ ਵਾਰੀ ਦੇਖਿਆ ਹੋਣਾ, ਕਈ ਬੋਲਦੇ ਆ ਨਾ ਅਤੇ ਉਹਨਾਂ ਦੀਆਂ ਇੱਥੋਂ ਨਾੜਾਂ ਜਿਹੜੀਆਂ ਉਹ ਬਾਹਰ ਨੂੰ ਨਿਕਲਦੀਆਂ ਹੈ ਨਾ, ਐਵੇਂ ਸ਼ਰੇਆਮ ਹੀ ਦਿਖਦੀਆਂ ਰਹਿੰਦੀਆਂ ਕਈ ਜ਼ੋਰ ਲਾ ਕੇ ਜਦੋਂ ਬੋਲਦੇ ਆ। ਤਾਂ ਉਹ ਹੈ ਜਿਹੜੀ ਉਹਨਾਂ ਨੂੰ ਕਿਹਾ ਜਾਂਦਾ ਰਗਾਂ, ਵੀ ਉਹਦੀਆਂ ਫਲਾਣੇ ਦੀਆਂ ਜੀ ਰਗਾਂ ਬਹਿ ਗਈਆਂ। ਰਗਾਂ ਬਹਿ ਗਈਆਂ ਮਤਲਬ ਕਿ ਉਸ ਤੋਂ ਬੋਲਿਆ ਨਹੀਂ ਜਾ ਰਿਹਾ, ਉਹਦੀਆਂ ਰਗਾਂ ਬੈਠ ਜਾਂਦੀਆਂ। ਸੋ ਇਹਨਾਂ ਦੇ ਵਿੱਚ ਇੱਕ ਸਮਾਂ ਪੈ ਕੇ ਫਿਰ ਜ਼ਖਮ ਸ਼ੁਰੂ ਹੋ ਜਾਂਦੇ ਆ। ਜ਼ਖਮ ਹੋਣੇ ਸ਼ੁਰੂ ਹੁੰਦੇ ਆ, ਫਿਰ ਗਲਾ ਬਹੁਤ ਘੱਟ ਮਤਲਬ ਕੰਮ ਕਰਦਾ। ਗਲੇ ਦਾ ਵਧੀਆ ਰਹਿਣਾ ਇਹ ਬੰਦੇ ਦੇ ਹੱਥ ਵੱਸ ਨਹੀਂ ਹੁੰਦਾ। ਮੈਂ ਬਹੁਤ ਵਾਰੀ ਦੇਖ ਲਈਆਂ ਇਹ ਚੀਜ਼ਾਂ। ਇਸ ਕਰਕੇ ਮੰਨ ਲਓ ਤੁਹਾਡੇ 'ਚੋਂ ਕਿਸੇ ਦਾ ਕੋਈ ਗਲਾ ਖਰਾਬ ਹੈ, ਕੋਈ ਦਿੱਕਤ ਹੈ, ਥੋੜ੍ਹੀ ਬਹੁਤੀ ਐਡਜਸਟਮੈਂਟ ਕਰ ਲਿਆ ਕਰੋ, ਕਿਉਂਕਿ ਇਹ ਸਿਰਫ ਰੈਸਟ ਮੰਗਦਾ ਹੈ। ਜਿਵੇਂ ਮੰਨ ਲਓ ਤੁਹਾਡੀਆਂ ਰਗਾਂ ਦੇ ਵਿੱਚ ਕੋਈ ਪ੍ਰੋਬਲਮ ਆ, ਤਾਂ ਇਹ ਸਾਹ ਇਹ ਮੈਂ ਤੁਹਾਨੂੰ ਇੱਕ ਬਿਮਾਰੀ ਦੱਸ ਰਿਹਾ ਵੀ ਇਹ ਕਿਵੇਂ ਹੋ ਜਾਂਦੀ ਹੈ ਨਾ, ਇਹ ਰੈਸਟ ਦੀ ਮੰਗ ਕਰਦੀ। ਹੁਣ ਮੈਂ ਕਿੱਥੋਂ ਰੈਸਟ ਕਰ ਲਾਂ?
ਵੀ ਮੈਂ ਕਲਾਸਾਂ ਰਿਕਾਰਡ ਕਰਨੀਆਂ, ਸਕੂਲ ਦੇ ਵਿੱਚ ਪੜ੍ਹਾਉਣਾ, ਬੋਲਣਾ ਇੰਨੇ ਲੋਕਾਂ ਨਾਲ, ਇੰਨਾ ਮਤਲਬ ਫੋਨ ਅਟੈਂਡ ਕਰਨਾ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਕਰਕੇ ਦਿੱਕਤ ਬਹੁਤ ਆਉਂਦੀ। ਕਈ ਵਾਰੀ ਤਾਂ ਮੈਨੂੰ ਇੰਨਾ ਮਤਲਬ ਉਹ ਖਿਝ ਜਿਹੀ ਚੜ੍ਹ ਜਾਂਦੀ ਹੈ ਵੀ ਮੈਂ ਕਈ ਵਾਰੀ ਅੱਗੋਂ ਕਰਦਾ ਨਾ ਫੋਨ 'ਤੇ ਕਈ ਹੈ ਕੀ ਬੋਲਿਆ ਦੁਬਾਰੇ ਬੋਲੀ, ਫਿਰ ਮੈਂ ਫ਼ੋਨ ਕੱਟ ਦਿੰਦਾ। ਮੈਂ ਕਿਹਾ ਵੀ ਮੈਂ ਤਾਂ ਨਹੀਂ ਦੱਸ ਸਕਦਾ, ਉੱਚੀ ਬੋਲ ਕੇ ਮੇਰੇ ਤੋਂ ਨਹੀਂ ਦੱਸਿਆ ਜਾਂਦਾ। ਫਿਰ ਮੈਂ ਫ਼ੋਨ ਕੱਟ ਦਿੰਦਾ ਨਾ ਰੇ, ਮੈਂ ਕੋਈ ਨਹੀਂ ਬਾਅਦ 'ਚ ਗੱਲ ਕਰ ਲਾਂਗੇ, ਕੋਈ ਏਡੀ ਜ਼ਰੂਰੀ ਨਹੀਂ। ਨਾਦ ਤੰਤਰੀਆਂ ਉਹਨਾਂ ਨੂੰ ਕਹਿ ਦਿੰਦੇ ਆ, ਰਗਾਂ ਜਿਹੜੀਆਂ ਗਲੇ ਦੀਆਂ। ਉਚਾਰਨ ਪ੍ਰਣਾਲੀ ਅੱਗੇ ਸਾਹ ਪ੍ਰਣਾਲੀ ਹੋ ਗਈ, ਧੁਨੀ ਪ੍ਰਣਾਲੀ ਹੋ ਗਈ, ਉਚਾਰਨ ਪ੍ਰਣਾਲੀ ਕਿਹੜੀ ਕਿਹੜੀ ਆ? ਕੰਠ ਮਾਰਗ, ਅੱਗੇ ਕੰਠ ਵਾਲਾ ਮਾਰਗ ਆ ਗਿਆ, ਉਸ ਤੋਂ ਅੱਗੇ ਆ ਗਿਆ ਕੰਠ ਵਾਲਾ ਮਾਰਗ, ਬੁੱਲ, ਦੰਦ, ਛੱਤ, ਜੀਭ। ਹੁਣ ਤੁਸੀਂ ਕਹੋਗੇ ਛੱਤ ਵੀ ਕੋਈ ਅੰਗ ਹੈ ਵੀ? ਛੱਤਾਂ ਘਰਾਂ 'ਤੇ ਲੱਗੀਆਂ ਵੇਖੀਆਂ ਸਰ ਜੀ, ਆਹ ਛਾਤੀ ਆ ਉੱਪਰ ਵਾਲਾ, ਆਹ ਜਿਹੜਾ ਤੁਹਾਡਾ ਜਿੱਥੇ ਸਖਤ ਤਾਲੂ ਆ, ਨਰਮ ਤਾਲੂ ਆ, ਤਾਲੂਏ ਦਾ ਪਿਛਲਾ ਹਿੱਸਾ, ਅਤੇ ਆਹ ਕਾਕਲ ਆ ਜਿਹੜੀ, ਅਤੇ ਇਹ ਸਾਰੇ ਆ ਉੱਪਰਲੀ ਛਾਤੀ ਹੈ, ਉੱਤੇ ਛੱਤ ਪਾਈ ਹੋਈ ਹੈ ਕਿ ਨਹੀਂ? ਅਰੇ ਸਮਝੇ ਕਹਾਣੀ। ਮੂੰਹ ਜਿਹੜਾ ਉੱਪਰ ਵਾਲਾ ਆਹ ਤੁਹਾਡਾ, ਅਤੇ ਇਹ ਆਪਣੇ ਆਹ ਸਮਝੋ ਵੀ ਆਹ ਤੁਹਾਡਾ ਥੱਲੜਾ ਹਿੱਸਾ, ਆਹ ਵਿੱਚ ਤੁਹਾਡੀ ਲੁਤਰੋ ਜੀਭ ਹੈ। ਅਰੇ ਸਮਝ ਗਏ ਕਿ ਨਹੀਂ ਕਹਾਣੀ ਨੂੰ? ਹਾਂ ਠੀਕ ਹੈ। ਛੱਤ, ਜੀਭ, ਇਹ ਸਾਰੀਆਂ ਉਚਾਰਨ ਪ੍ਰਣਾਲੀ 'ਚ ਆਉਂਦੀਆਂ। ਅੱਛਾ, ਛੱਤ ਨੂੰ ਵੇਖੋ ਕਿਵੇਂ ਕਿਵੇਂ ਵੰਡਿਆ ਵਾ। ਛੱਤ ਨੂੰ ਅੱਗੇ ਵੰਡਿਆ ਵਾ ਵੱਖ ਵੱਖ ਹਿੱਸਿਆਂ ਦੇ ਵਿੱਚ। ਛੱਤ ਅਤੇ ਜੀਭ ਦਾ ਜ਼ਿਆਦਾ ਜ਼ਰੂਰੀ ਸੀਗਾ, ਮੈਂ ਕਿਹਾ ਇਹ ਵੰਡ ਦਿੰਦਾ। ਹੁਣ ਬੁੱਲਾਂ ਨੂੰ ਤਾਂ ਕਾਹਦੇ 'ਚ ਵੰਡਾਂ? ਬੁੱਲ ਤਾਂ ਇੱਕ ਉੱਪਰ ਵਾਲਾ ਬੁੱਲ ਹੈ ਅਤੇ ਇੱਕ ਥੱਲੜੇ ਵਾਲਾ ਬੁੱਲ ਹੈ। ਹੁਣ ਇਹਦੇ ਵਿੱਚ ਕੀ, ਇਹਨੂੰ ਕੀ ਵੰਡਣਾ? ਦੰਦਾਂ ਨੂੰ ਵੀ ਕੀ ਵੰਡਾਂ ਵੀ ਉੱਪਰ ਵੀ ਦੰਦ ਹੈ ਅਤੇ ਥੱਲੇ ਵੀ ਦੰਦ ਹੈ, ਬਸ ਠੀਕ ਹੈ, ਨੋ ਪ੍ਰੋਬਲਮ। ਠੀਕ ਹੈ, ਛੱਤ ਦੇ ਅੱਡ ਅੱਡ ਹਿੱਸੇ ਬਣਦੇ ਆ। ਛੱਤ ਹੈ ਜਿਹੜੀ 4 ਹਿੱਸਿਆਂ 'ਚ ਵੰਡੀ ਵੀ ਆ। ਦੰਦ ਪਠਾਰ, ਦੰਦਾਂ ਦੇ ਉੱਪਰ ਵਾਲੀ ਗੱਲ ਕਰਦਾ ਮੈਂ, ਦੰਦਾਂ ਦੇ ਉੱਪਰ ਵਾਲੇ ਹਿੱਸੇ ਵਾਲੇ, ਉੱਪਰ ਵਾਲੀ ਸਾਈਡ ਆ ਜਾਓ, ਮੂੰਹ ਦਾ ਉੱਪਰ ਹਿੱਸਾ ਛੱਤ ਹੈ ਜਿਹੜੀ। ਦੰਦ ਪਠਾਰ, ਦੰਦਾਂ ਦੇ ਬਿਲਕੁਲ ਨੇੜੇ ਵਾਲੀ ਜਗ੍ਹਾ ਦੰਦ ਪਠਾਰ ਹੈ। ਸਖਤ ਤਾਲੂਆ ਉਸ ਤੋਂ ਅੱਗੇ ਜਸਟ ਹੈ, ਅਤੇ ਉਸ ਤੋਂ ਬਾਅਦ ਕੋਮਲ ਤਾਲੂਆ, ਉਸ ਤੋਂ ਬਾਅਦ ਅੱਗੇ ਕੀ ਹੈ? ਕਾਕਲ ਹੈ। ਠੀਕ ਹੈ, ਛੱਤ ਦੀ ਸਥਿਤੀ ਕਲੀਅਰ ਹੋ ਗਈ। ਉਸ ਤੋਂ ਬਾਅਦ ਜੀਭ, ਜੀਭ ਦੀ ਇੱਕ ਹੁੰਦੀ ਹੈ ਟਿਪ, ਆ ਲਓ ਜੀਭ ਵੀ ਕਈ ਤਰ੍ਹਾਂ ਦੀ ਹੁੰਦੀ ਹੈ। ਇੱਕ ਕਾਲੀ ਜੀਭ ਵੀ ਹੁੰਦੀ ਹੈ, ਕਾਲੀ ਜ਼ਬਾਨ ਵਾਲਾ ਕਈ ਹੁੰਦੇ ਆ, ਫਲਾਨਾ ਕਾਲੀ ਜ਼ਬਾਨ ਵਾਲਾ ਜਾਂ ਫਲਾਨੀ ਕਾਲੀ ਜ਼ਬਾਨ ਵਾਲੀ ਹੈ ਨਾ। ਕਈਆਂ ਦੀ ਜੀਭ ਸੱਚੀ ਕਾਲੀ ਹੁੰਦੀ ਹੈ, ਸੱਚੀ ਵੀ। ਕਈ ਤਾਂ ਵੀ ਐਵੇਂ ਕਾਲੀ ਜ਼ਬਾਨ ਵਾਲਾ ਤਾਂ ਉਹਨੂੰ ਕਹਿੰਦੇ ਆ ਵੀ ਮੰਨ ਲਓ ਜੇ ਕੋਈ ਗੱਲ ਕਹਿ ਦੇ ਤਾਂ ਉਹ ਕੋਈ ਪੁੱਠੀ ਗੱਲ ਕਵੇ ਅਤੇ ਉਹ ਗੱਲ ਸਹੀ ਹੋ ਜੇ, ਆਪਾਂ ਉਹਨੂੰ ਕਹਿੰਦੇ ਕਾਲੀ ਜ਼ਬਾਨ ਵਾਲਾ, ਹੈ ਨਾ। ਅਤੇ ਕਈਆਂ ਦੀ ਤੁਸੀਂ ਜੀਭ ਹੈ ਬਾਹਰ ਕਢਾ ਕੇ ਦੇਖੇ, ਸੱਚੀ ਕਾਲੇ ਰੰਗ ਦੀ ਹੁੰਦੀ ਹੈ, ਪਤਾ ਨਹੀਂ ਤਾਂ ਸਾਫ਼ ਨਹੀਂ ਕਰਦੇ, ਜਾਂ ਉਹਨਾਂ ਨੂੰ ਅਜੀਬੀ ਦਾ ਨਹੀਂ ਪਤਾ ਸਾਫ਼ ਕਰਨ ਵਾਲੀ ਦਾ। ਹਾਂ, ਟਿਪ ਹੁੰਦੀ ਹੈ ਜੀਭ ਦੀ ਅਗਲੀ ਨੋਕ ਜਿਹੜੀ। ਦੇਖੋ ਜੀਭ ਨੂੰ ਜਿਹੜੀ ਸਾਡੇ ਪੇਂਡੂ ਭਾਸ਼ਾ ਉਹਦੇ ਵਿੱਚ ਲੁਤਰੋ ਵੀ ਕਿਹਾ ਜਾਂਦਾ ਹੈ ਨਾ। ਲੁਤਰੋ ਤਾਂ ਇੱਕ ਆਪਾਂ ਗੱਲ ਵੀ ਕੀਤੀ ਸੀ, ਪਤਾ ਨਹੀਂ ਆਪਾਂ ਕੀ ਪੜ੍ਹਿਆ ਸੀ ਹੈ ਨਾ ਸਾਹਿਤ ਦੇ ਵਿੱਚ, ਉਦੋਂ ਲੁਤਰੋ ਸ਼ਬਦ ਆਇਆ ਸੀਗਾ, ਹੈ ਨਾ। ਹਾਂ, ਲੁਤਰੋ ਵੀ ਤੇਰੀ ਲੁਤਰੋ ਬੜੀ ਚੱਲਦੀ ਹੈ, ਮਤਲਬ ਤੇਰੀ ਜ਼ਬਾਨ ਬੜੀ ਚੱਲਦੀ ਹੈ, ਬਹੁਤ ਬੋਲਦਾ ਤੂੰ। ਟਿਪ ਅਗਲਾ ਹਿੱਸਾ ਜੀਭ ਦਾ। ਬਲੇਡ, ਜੀਭ ਦੇ ਪਾਸਿਆਂ ਤੋਂ ਜੀਭ ਤਿੱਖੀ ਹੁੰਦੀ ਹੈ, ਪਾਸਿਆਂ ਤੋਂ ਜੀਭ ਬਲੇਡ ਵਰਗੂ। ਅਗਲੇ ਜਿਹੜਾ ਟਿਪ ਹੈ, ਟਿਪ ਤੋਂ ਜਸਟ ਜੀਭ ਦੇ ਪਿੱਛੇ ਜਾਈਏ ਆਪਾਂ ਤਾਂ ਉਹ ਬਲੇਡ ਵਰਗੀ ਕੰਮ ਕਰਦੀ ਹੈ, ਬਲੇਡ ਵਰਗੂ। ਹਾਂ, ਜੀਭ ਤਾਂ ਸੱਚੀ ਵੇਖ ਲਓ ਬਲੇਡ, ਜੀਭ ਤਾਂ ਮੈਂ ਕਹਿੰਦਾ ਸੱਚੀ ਬਲੇਡ ਹੁੰਦੀ ਹੈ। ਜੀਭ ਇਹ ਜ਼ਬਾਨ ਹੀ ਹੁੰਦੀ ਹੈ ਜਿਹੜੀ ਬੰਦੇ ਨੂੰ ਘੋੜੇ 'ਤੇ ਵੀ ਚੜਾਉਂਦੀ ਹੈ, ਗਧੇ 'ਤੇ ਵੀ ਚੜਾਉਂਦੀ ਹੈ। ਅਗਲਾ ਹਿੱਸਾ, ਉਸ ਤੋਂ ਬਾਅਦ ਬਲੇਡ ਤੋਂ ਬਾਅਦ ਅਗਲਾ ਹਿੱਸਾ, ਫਿਰ ਵਿਚਕਾਰਲਾ ਹਿੱਸਾ, ਫਿਰ ਜੀਭ ਦਾ ਪਿਛਲਾ ਹਿੱਸਾ। ਕੰਠੀ ਧੁਨੀ ਬੋਲਦੇ ਆ ਜਦੋਂ ਆਪਾਂ ਜੀਭ ਦੇ ਪਿਛਲੇ ਹਿੱਸੇ ਦਾ ਕੰਮ ਲੈਂਦੇ ਹਾਂ। ਠੀਕ ਹੈ, ਗੱਲ ਸਥਿਤੀ ਕਲੀਅਰ ਹੈ। ਜੀਭ ਨੂੰ 5 ਹਿੱਸਿਆਂ 'ਚ ਵੰਡਿਆ ਗਿਆ, ਅਤੇ ਜਿਹੜਾ ਸਾਡਾ ਛੱਤ ਹੈ ਜਿਹੜੀ ਸਾਡੀ ਉਹ ਜਿਹੜੀ ਹੈਗੀ ਹੈ ਸਰੀਰਕ ਅੰਗਾਂ ਦੇ ਵਿੱਚੋਂ, ਉਹਨੂੰ 4 ਹਿੱਸਿਆਂ 'ਚ ਵੰਡਿਆ ਗਿਆ। ਲਓ ਹੁਣ ਗੱਲ ਕਰਦੇ ਹਾਂ ਭਾਸ਼ਾ ਧੁਨੀਆਂ ਦੀ ਗੱਲ ਕਰਦੇ ਹਾਂ। ਹੁਣ ਆਪਾਂ ਪੜ੍ਹਦੇ ਹਾਂ ਭਾਸ਼ਾ ਧੁਨੀਆਂ ਦੀ। ਭਾਸ਼ਾ ਧੁਨੀਆਂ ਦੇ ਵਿੱਚ ਕਿਹੜੀ ਕਿਹੜੀ ਗੱਲ ਆ? ਇੱਕ ਤਾਂ ਹੈਗੀ ਹੈ ਸਵਰ, ਇੱਕ ਹੈਗੀ ਆ ਵਿਅੰਜਨ। ਅੱਛਾ, ਜੇ ਤੁਸੀਂ ਕਹੋ ਸਵਰਾਂ ਦੀ ਪਰਿਭਾਸ਼ਾ, ਵਿਅੰਜਨਾਂ ਦੀ ਪਰਿਭਾਸ਼ਾ, ਇਹ ਤੁਸੀਂ ਕਿਸੇ ਵੀ ਭਾਸ਼ਾ 'ਤੇ ਕਰ ਦੋਗੇ। ਠੀਕ ਹੈ, ਕਿਸੇ ਵੀ ਭਾਸ਼ਾ 'ਤੇ ਲਾਗੂ ਕਰ ਦੋਗੇ, ਕਲੀਅਰ ਹੈ, ਕੋਈ ਦਿੱਕਤ ਨਹੀਂ, ਹੈ ਨਾ। ਸੋ ਇਹ ਹੈ ਜਿਹੜੀ ਸਥਿਤੀ। ਹਾਂ, ਭਾਸ਼ਾ ਧੁਨੀਆਂ, ਸਵਰ ਅਤੇ ਵਿਅੰਜਨ, ਇਹਨਾਂ ਦਾ ਅੱਡ ਮੈਂ ਲਿਖਤਾ। ਦੇਖੋ ਕੰਪੈਰੀਜ਼ਨ ਦੇ ਵਿੱਚ ਸਵਰ ਆ ਜਿਹੜੇ ਉਹ ਇਕੱਲੇ ਜਾਂ ਇਕਹਿਰੇ ਉਚਾਰੇ ਜਾ ਸਕਦੇ ਹੈ, ਸਵਰ। ਠੀਕ ਹੈ, ਪਰ ਵਿਅੰਜਨ ਆ ਜਿਹੜੇ ਉਹ ਸਵਰਾਂ ਦੀ ਮਦਦ ਨਾਲ ਹੀ ਉਚਾਰੇ ਜਾ ਸਕਦੇ ਹਨ। ਸਮਝ ਲੱਗੀ? ਤੁਸੀਂ ਕਹੋਗੇ ਸਰ ਕਿਵੇਂ? ਅਗਰ ਤੁਸੀਂ ਮੰਨ ਲਓ ਵੀ ਲਓ ਜੀ ਸਿੰਘ ਸ਼ਬਦ ਤੋਂ ਹੀ ਮੈਂ ਕਹਿੰਦਾ ਵੀ ਅੱਜ ਤਾਂ ਸਿੰਘ ਹੀ ਹੋ ਜੇ। ਹਾਂ, ਚਲੋ ਮਾਨ ਸ਼ਬਦ ਲਾ ਲੈਂਦੇ ਹਾਂ, ਕਿਉਂਕਿ ਮਾਨ ਸ਼ਬਦ ਹੈ ਜਿਹੜਾ ਅੱਜ ਕੱਲ੍ਹ ਕਾਫੀ ਮਤਲਬ ਚਰਚਾ ਦੇ ਵਿੱਚ,
ਤੁਹਾਨੂੰ ਪਤਾ ਹੀ ਹੈ, ਅਗਰ ਤੁਸੀਂ ਪੰਜਾਬ ਦੀ ਰਾਜਨੀਤੀ ਨਾਲ ਜੁੜੇ ਹੋਏ ਆ ਤਾਂ ਮਾਨ ਸ਼ਬਦ ਹੈ ਜਿਹੜਾ ਉਹ ਬਹੁਤ ਮਹੱਤਵਪੂਰਨ ਹੈ ਨਾ। ਲਓ ਜੀ, ਮਾਨ ਸ਼ਬਦ ਹੈ ਜਿਹੜਾ, ਅਗਰ ਮੈਂ ਉਹਦੇ ਖੰਡ ਕਰਾਂ, ਅਗਰ ਮੈਂ ਇਹਦੇ ਟੋਟੇ ਕਰਾਂ ਤਾਂ ਮੈਂ ਲਿਖੂੰਗਾ ਮੈਂ ਪਲੱਸ ਐ ਦੇ ਨਾਲ ਕਰਨਾ ਆ ਪਲੱਸ ਨਾ ਪਲੱਸ ਐ ਮਾਨ। ਲਓ ਜੀ, ਐਵੇਂ ਲਿਖਿਆ ਜਾਊਗਾ ਇਹ, ਠੀਕ ਹੈ। ਹੁਣ ਦੇਖ ਲਓ ਤੁਸੀਂ ਵੀ ਵਿਅੰਜਨ ਆ ਜਿਹੜੇ ਉਹ ਸਵਰਾਂ ਦੀ ਮਦਦ ਨਾਲ ਹੀ ਉਚਾਰੇ ਜਾ ਸਕਦੇ ਹਨ। ਆਹ ਦੇਖ ਲਓ, ਅਗਰ ਆ ਵਿਅੰਜਨ ਕੱਲਾ ਨਹੀਂ ਆਊਗਾ, ਇਹਦੇ ਨਾਲ ਇੱਕ ਸਵਰ ਆਊਗਾ। ਆ ਵਿਅੰਜਨ ਜਿਹੜਾ ਇਹਦੇ ਨਾਲ ਇੱਕ ਸਵਰ ਆਊਗਾ। ਕੁਝ ਸਥਿਤੀਆਂ ਦੇ ਵਿੱਚ ਕੀ ਹੈ ਵੀ ਕੁਝ ਸਥਿਤੀਆਂ ਦੇ ਵਿੱਚ ਨਹੀਂ ਆਉਂਦੇ, ਵੀ ਜਿਵੇਂ ਕਈ ਉਹ ਸੰਧੀ ਵਾਲੀ ਸਥਿਤੀ ਹੁੰਦੀ ਹੈ ਨਾ, ਉਹਦੇ ਵਿੱਚ ਆਪਾਂ ਵੇਖਾਂਗੇ ਉਹ ਨਹੀਂ ਆਉਂਦੇ ਹੁੰਦੇ। ਉਹਦਾ ਇੱਕ ਰੂਲ ਹੁੰਦਾ ਹੈ, ਕਿਉਂਕਿ ਬਹੁਤ ਸਾਰੇ ਤੁਸੀਂ ਇਸ ਤਰ੍ਹਾਂ ਦੇ ਉਦਾਹਰਣ ਵਿਆਕਰਨਾਂ ਦੇ ਵਿੱਚ ਦੇਖ ਸਕਦੇ ਹੋ ਵੀ ਜਿਹਦੇ ਵਿੱਚ ਦੋ ਵਿਅੰਜਨ ਇਕੱਠੇ ਲਿਖ ਦਿੱਤੇ ਜਾਂਦੇ ਆ। ਦੋ ਵਿਅੰਜਨ ਇਕੱਠੇ ਲਿਖਤੇ ਤੇ ਇਸ ਤਰ੍ਹਾਂ ਕਰਕੇ ਵੀ ਹੁਣ ਮੈਂ ਇੱਥੇ ਇੱਕ ਵਿਅੰਜਨ ਇੱਕ ਸਵਰ, ਇੱਕ ਵਿਅੰਜਨ ਇੱਕ ਸਵਰ ਲਿਖਿਆ, ਪਰ ਕਈ ਸਥਿਤੀਆਂ ਦੇ ਵਿੱਚ ਦੋ ਇਕੱਠੇ ਵਿਅੰਜਨ ਆ ਜਾਂਦੇ ਆ। ਉਦੋਂ ਤੁਹਾਡਾ ਸਵਾਲ ਇਹ ਹੋ ਸਕਦਾ ਵੀ ਸਰ ਜੀ ਆਹ ਵਿਅੰਜਨ ਤਾਂ ਇਕੱਲਾ ਹੀ ਬੋਲਿਆ ਗਿਆ, ਉਹਦੀ ਵੀ ਇੱਕ ਰੂਲ ਹੁੰਦਾ, ਉਹਦਾ ਵੀ ਇੱਕ ਸਥਿਤੀ ਹੁੰਦੀ ਹੈ। ਫਿਲਹਾਲ ਇੱਥੇ ਤੁਸੀਂ ਗੱਲ ਕਲੀਅਰ ਰੱਖਣੀ ਹੈ ਵੀ ਸਵਰ ਆ ਜਿਹੜੇ ਉਹ ਇਕੱਲੇ ਜਾਂ ਇਕਹਿਰੇ ਉਚਾਰੇ ਜਾ ਸਕਦੇ ਆ, ਠੀਕ ਹੈ। ਹੁਣ ਜਿਵੇਂ ਮੰਨ ਲਓ ਤੁਸੀਂ ਅੱਖ ਸ਼ਬਦ ਲਿਖਿਆ, ਠੀਕ ਹੈ। ਸੋ ਇਹਦੇ ਵਿੱਚ ਕੀ ਆ, ਐ ਜਿਹੜਾ ਹੈਗਾ ਉਹ ਸਵਰ ਹੈ, ਠੀਕ ਹੈ। ਐ ਆਪਣਾ ਪੰਜਾਬੀ ਦਾ ਸਵਰ ਹੈ ਤੇ ਇਹ ਸਵਰ ਆ ਜਿਹੜਾ ਇਹ ਇਕੱਲਾ ਹੀ ਉਚਾਰਿਆ ਜਾ ਰਿਹਾ ਹੈ। ਖੈ ਇਕੱਲਾ ਨਹੀਂ ਉਚਾਰਿਆ ਜਾ ਰਿਹਾ, ਖੈ ਦੇ ਨਾਲ ਆ ਉਚਾਰਿਆ ਜਾ ਰਿਹਾ ਹੈ। ਖੈ ਵਿਅੰਜਨ ਇਕੱਲਾ ਨਹੀਂ ਉਚਾਰਿਆ ਜਾ ਰਿਹਾ, ਪਰ ਸਵਰ ਆ ਜਿਹੜਾ ਉਹ ਇਕੱਲਾ ਉਚਾਰਿਆ ਜਾ ਰਿਹਾ। ਦੇਖ ਲਓ ਤੁਸੀਂ, ਕੋਈ ਦਿੱਕਤ ਨਹੀਂ, ਠੀਕ ਹੈ ਬੇਟਾ ਜੀ। ਹੁਣ ਅੱਗੇ ਦੇਖੋ, ਅਗਲੀ ਸਥਿਤੀ ਦੇ ਵਿੱਚ ਸਵਰ ਹੈ ਜਿਹੜਾ ਅਗਰ ਆ ਜੇ ਵੀ ਸਵਰ ਹੈ, ਸਵਾਧੀਨ ਧੁਨੀਆਂ ਹੈ, ਪ੍ਰਾਧੀਨ ਧੁਨੀਆਂ ਹੈ, ਜਾਂ ਦੋਨੋਂ ਹੀ ਨੇ ਜਾਂ ਦੋਨਾਂ ਵਿੱਚੋਂ ਕੋਈ ਨਹੀਂ, ਇਹ ਪ੍ਰਸ਼ਨ ਬਹੁਤ ਔਖਾ ਬਣਦਾ। ਹੁਣ ਇੱਥੇ ਆ ਤਾਂ ਆਪਾਂ ਨੂੰ ਪਤਾ ਵੀ ਇਕੱਲੇ ਜਾਂ ਇਕਹਿਰੇ ਉਚਾਰੇ ਜਾ ਸਕਦੇ ਆ। ਇਹਦਾ ਮਤਲਬ ਜਿਹੜਾ ਕੋਈ ਇਕੱਲਾ ਤੁਰ ਸਕਦਾ ਹੈ ਉਹ ਕੀ ਚੀਜ਼ ਹੈ, ਸਵਾਧੀਨ ਹੈ, ਉਹ ਕਿਸੇ ਦੇ ਅਧੀਨ ਨਹੀਂ ਹੈ, ਸਵਾ ਅਧੀਨ ਹੈ, ਆਪਣੇ ਆਪ ਦੇ ਅਧੀਨ ਹੀ ਹੈ। ਇੱਕ ਕਿਸੇ ਦੀ ਮਦਦ ਲੈ ਕੇ ਉਚਾਰਿਆ ਜਾ ਰਿਹਾ ਤਾਂ ਉਹ ਮਤਲਬ ਇਹ ਪਰਾਧੀਨ ਹੈ। ਕਹਿਣ ਦਾ ਮਤਲਬ ਹੈ ਸਵਰ ਆ ਜਿਹੜੇ ਉਹ ਤਾਂ ਹੈਗੇ ਆ ਸਵਾਧੀਨ ਤੇ ਵਿਅੰਜਨ ਆ ਜਿਹੜੇ ਉਹ ਹੈਗੇ ਆ ਪਰਾਧੀਨ। ਉੱਪਰ ਵਾਲੀ ਪਹਿਲੀ ਗੱਲ ਤੋਂ ਕਲੀਅਰ ਹੋ ਰਿਹਾ ਸਵਰ ਇਕੱਲੇ ਜਾਂ ਇਕਹਿਰੇ ਉਚਾਰੇ ਜਾ ਸਕਦੇ ਆ, ਇਹਦਾ ਮਤਲਬ ਸਵਾਧੀਨ ਆ, ਉਹ ਆਜ਼ਾਦ ਹੈ ਕਹਿਣ ਦਾ ਮਤਲਬ। ਪਰ ਵਿਅੰਜਨ ਸਵਰਾਂ ਦੀ ਸਹਾਇਤਾ ਨਾਲ ਉਚਾਰੇ ਜਾਂਦੇ ਆ, ਇਹਦਾ ਮਤਲਬ ਵਿਅੰਜਨ ਆ ਜਿਹੜੇ ਉਹ ਪਰਾਧੀਨ ਆ। ਕਿਹਦੇ ਅਧੀਨ ਆ, ਉਹ ਸਵਰਾਂ ਦੇ ਅਧੀਨ ਆ। ਅਗਲੀ ਗੱਲ ਦੇਖੋ, ਉਚਾਰਨ ਸਮੇਂ, ਸਵਰਾਂ ਦੇ ਉਚਾਰਨ ਸਮੇਂ ਆ ਤੁਸੀਂ ਪਰਿਭਾਸ਼ਾ ਸੁਣੀ ਹੋਣੀ ਹੈ ਵੀ ਸਵਰ ਕਿਹਨੂੰ ਕਹਿੰਦੇ ਆ, ਵੀ ਜਿਨ੍ਹਾਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਨਿਕਲਦੀ ਹੈ। ਬੇਰੋਕ ਮਤਲਬ ਬਿਨਾਂ ਰੁਕੇ, ਬੇਰੋਕ ਬਿਨਾਂ ਰੁਕੇ, ਬਿਨਾਂ ਰੁਕੇ ਬਾਹਰ ਨਿਕਲਦੀ ਹੈ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਸਵਰ। ਜਦੋਂ ਉਚਾਰਨ ਸਮੇਂ ਉਚਾਰਨ ਕਰੀਏ ਆਪਾਂ ਕਿਸੇ ਧੁਨੀ ਦਾ, ਮੰਨ ਲਓ ਸਵਰਾਂ ਦਾ ਉਚਾਰਨ ਕਰਦੇ ਹਾਂ ਤਾਂ ਉਦੋਂ ਸਾਹ ਦੀ ਹਵਾ ਜਿਹੜੀ ਉਹ ਅੰਦਰ ਕਿਤੇ ਨਹੀਂ ਰੁਕਦੀ, ਉਹ ਡਾਇਰੈਕਟ ਬਾਹਰ ਨਿਕਲਦੀ ਹੈ, ਠੀਕ ਹੈ। ਪਰ ਜਦੋਂ ਵਿਅੰਜਨਾਂ ਦਾ ਉਚਾਰਨ ਕਰਦੇ ਹਾਂ ਉਦੋਂ ਸਾਹ ਦੀ ਹਵਾ ਰੁਕ ਕੇ ਘਸਰ ਕੇ, ਘਸਰਨਾ ਮਤਲਬ ਹੁੰਦਾ ਖਹਿਣਾ, ਕਿਸੇ ਦੇ ਨਾਲ ਥੋੜ੍ਹਾ ਜਿਹਾ ਟੱਚ ਕਰਨਾ, ਟੱਚ ਹੋ ਕੇ ਇਹ ਬਾਹਰ ਨਿਕਲਦੀ ਹੈ। ਇਸ ਕਰਕੇ ਇਹ ਜਿਹੜੇ ਹੈਗੇ ਆ ਵਿਅੰਜਨ, ਉਹਨਾਂ ਦੀ ਪਰਿਭਾਸ਼ਾ ਇਹ ਹੈ ਵੀ ਉਚਾਰਨ ਸਮੇਂ ਸਾਹ ਦੀ ਹਵਾ ਰੁਕਦੀ ਹੈ ਜਾਂ ਘਸਰ ਕੇ ਬਾਹਰ ਨਿਕਲਦੀ ਹੈ। ਪਰ ਇਹ ਸਵਰਾਂ ਦੇ ਉਚਾਰਨ ਸਮੇਂ ਜਿਹੜੀ ਸਾਹ ਦੀ ਹਵਾ ਉਹ ਨਾ ਤਾਂ ਰੁਕਦੀ ਹੈ ਨਾ ਘਸਰਦੀ ਹੈ, ਡਾਇਰੈਕਟ ਬੇਰੋਕ ਗਤੀ ਦੇ ਨਾਲ ਬਾਹਰ ਨਿਕਲਦੀ ਹੈ। ਸਵਰ ਆ ਜਿਹੜੇ ਉਹ ਵੱਧ ਗੂੰਜਵੇਂ ਹੁੰਦੇ ਆ, ਗੂੰਜਵੇਂ, ਗੂੰਜਣਾ ਹੁੰਦਾ ਨਾ, ਗੂੰਜ ਜਿਹੜੀ गूंजना, राणा जे थप्पड़ की गूंज तुम्हें सुनाई देगी, ये थप्पड़ की गूंज, इसको ही है गूंज। बस गूंजवें जिन्हों आप कह दें सनोरस, ठीक है, गूंजवें वध, ये वध गूंजवें है, पर ये जोड़े व्यंजन है ये घट गूंजवें है, ठीक है बेटा जी, ध्यान रखना। ये जोड़े स्वर है ये मूँह के किसी खास थां तो नहीं उचारे जाते, मूँह के किसी भी खास थां तो नहीं उचारी जाते। आप जदों देखो, आप जदों धुनियां दा वर्गीकरण पढ़ते हैं तो उदों आप व्यंजना का आप वेखने भी विच व्यंजना नूं उचारण स्थान के उचारण लहजे के आधार पर है ना, पर स्वरां दा आप कोई बाहला नहीं पढ़ते। इस करके क्यों, क्योंकि मूँह के किसी खास खास थां तो नहीं उचारे जाते, कोई खास जगह नहीं गी इन्हां दे उचारण वास्ते। पर ਜਿਹੜੇ व्यंजन है ਉਹ ਮੂੰਹ ਦੇ ਖਾਸ ਥਾਵਾਂ ਤੋਂ ਉਚਾਰੇ ਜਾਂਦੇ ਹਨ। ਮੂੰਹ ਦੇ ਵਿੱਚ ਕਿੰਨੀਆਂ ਜਗ੍ਹਾ ਬਣੀਆਂ ਹੋਈਆਂ ਉਹਨਾਂ ਤੋਂ ਖਾਸ ਜਗ੍ਹਾ ਤੋਂ ਉਚਾਰੇ ਜਾਂਦੇ ਆ। ਕਿਸੇ ਦਾ ਸੰਬੰਧ ਤੇ ਕੰਠ ਦੇ ਨਾਲ ਜ਼ਿਆਦਾ ਹੈ, ਕਿਸੇ ਦਾ ਤਾਲੂਏ ਦੇ ਨਾਲ ਜ਼ਿਆਦਾ ਹੈ, ਕਿਸੇ ਦਾ ਦੰਦ ਪਠਾਰ ਦੇ ਨਾਲ ਜ਼ਿਆਦਾ ਹੈ, ਕਿਸੇ ਦਾ ਕੰਠ ਦੇ ਨਾਲ ਜ਼ਿਆਦਾ, ਇਹ ਸਾਰੀ ਹੈ ਨਾ। ਇਸ ਕਰਕੇ ਇਹ ਜਿਹੜੇ ਇਹ ਦੋਨਾਂ ਦੇ, ਲਓ ਜੀ, ਦੋਨਾਂ ਦੇ ਇਹ ਜਿਹੜੀ
ਦੋਨਾਂ ਦੀ ਤੁਲਨਾ ਇਹ ਹੈ ਜਿਹੜੀ ਹੋ ਗਈ ਕਲੀਅਰ। ਸਵਰ ਕਿਹਨੂੰ ਕਹਿੰਦੇ ਆ, ਵਿਅੰਜਨ ਕਿਹਨੂੰ ਕਹਿੰਦੇ ਆ। ਅਗਰ ਪ੍ਰਸ਼ਨ ਆਊਗਾ ਤਾਂ ਇਹਦੇ 'ਚੋਂ ਆਊਗਾ, ਇਹਦੇ 'ਚੋਂ ਬਾਹਰ ਨਹੀਂ ਜਾਊਗਾ। ਸਥਿਤੀ ਕਲੀਅਰ ਕਰ ਲਓ। ਹੁਣ ਆ ਜਾਓ ਜੀ ਧੁਨੀ ਵਿਉਂਤ 'ਤੇ। ਹੁਣ ਆਪਾਂ ਧੁਨੀ ਵਿਗਿਆਨ ਪੜ੍ਹ ਚੁੱਕੇ ਹਾਂ। ਸਵਰ ਅਤੇ ਵਿਅੰਜਨਾਂ ਨੂੰ, ਵਿਅੰਜਨਾਂ ਦੀ ਪਰਿਭਾਸ਼ਾ, ਸਵਰ ਅਤੇ ਵਿਅੰਜਨ ਆ ਜਿਹੜੇ ਧੁਨੀ ਵਿਗਿਆਨ ਦੇ ਵਿੱਚ ਪੜ੍ਹੇ ਜਾਂਦੇ ਆ। ਪਰ ਜਦੋਂ ਆਪਾਂ ਪੜ੍ਹਦੇ ਹਾਂ ਖੰਡੀ ਅਤੇ ਅਖੰਡੀ ਧੁਨੀਆਂ, ਉਹਨਾਂ ਨੂੰ ਧੁਨੀ ਵਿਉਂਤ ਵਿਗਿਆਨ ਦੇ ਵਿੱਚ ਪੜ੍ਹਿਆ ਜਾਂਦਾ ਹੈ। ਸਵਰ ਅਤੇ ਵਿਅੰਜਨਾਂ ਦੀ ਆਮ ਪਰਿਭਾਸ਼ਾ ਹੈ। ਹੁਣ ਇਹ ਆ ਜਿਹੜੀ, ਇਹ ਕਿਸੇ ਵੀ ਭਾਸ਼ਾ 'ਤੇ ਲਾਗੂ ਕਰ ਦਿਓ। ਹਿੰਦੀ ਭਾਸ਼ਾ ਦੇ ਵਿੱਚ ਵੀ ਆਹੀ ਚੀਜ਼ ਹੈ, ਪੰਜਾਬੀ ਭਾਸ਼ਾ ਦੇ ਵਿੱਚ ਤਾਂ ਹੈ ਹੀ ਹੈ, ਅੰਗਰੇਜ਼ੀ ਭਾਸ਼ਾ ਦੇ ਵਿੱਚ ਵੀ ਆਹੀ ਚੀਜ਼ ਹੈ, ਸੰਸਕ੍ਰਿਤ ਭਾਸ਼ਾ 'ਚ ਵੀ ਆਹੀ ਚੀਜ਼ ਹੈ ਵੀ ਸਵਰ ਵੀ ਐਵੇਂ ਤਾਂ ਉਚਾਰੇ ਜਾਣਗੇ, ਵਿਅੰਜਨ ਆ ਜਿਹੜੇ ਉਹਨਾਂ ਦਾ ਉਚਾਰਨ ਆ ਹੋਊਗਾ। ਆਹ ਗੱਲਾਂ ਸਵਰਾਂ 'ਤੇ ਢੁਕਣਗੀਆਂ, ਆਹ ਗੱਲਾਂ ਵਿਅੰਜਨਾਂ 'ਤੇ ਢੁਕਣਗੀਆਂ। ਇਹ ਤਾਂ ਅਸੀਂ ਕਿਸੇ ਵੀ ਭਾਸ਼ਾ ਦੀ ਗੱਲ, ਉਹਨੂੰ ਤਾਂ ਆਪਾਂ ਕਹਿ ਦਿੱਤਾ ਧੁਨੀ ਵਿਗਿਆਨ, ਜਿਹਨੂੰ ਮੈਂ ਕਿਹਾ ਸੀ ਫੋਨੈਟਿਕਸ ਅੰਗਰੇਜ਼ੀ ਦੇ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ ਧੁਨੀ ਵਿਉਂਤ ਜਾਂ ਧੁਨੀ ਵਿਉਂਤ ਵਿਗਿਆਨ, ਹੈ ਨਾ, ਧੁਨੀਮ ਵਿਗਿਆਨ। ਇਹਦੇ ਵਿੱਚ ਪੰਜਾਬੀ ਧੁਨੀਆਂ ਦਾ ਵਰਗੀਕਰਨ ਬਾਰੇ ਆਪਾਂ ਜ਼ਿਕਰ ਕਰਾਂਗੇ। ਪੰਜਾਬੀ ਧੁਨੀਆਂ ਦੀ ਵਰਗੀਕਰਨ ਦੀ ਹੁਣ ਆਪਾਂ ਗੱਲ ਕਰਾਂਗੇ। ਅਤੇ ਇਹ ਹੈ ਜਿਹੜੀ ਕਲਾਸ, ਇਹ ਆਪਣੀ ਹੈਗੀ ਆ ਬੇਟਾ ਜੀ, ਮੈਨੂੰ ਲੱਗਦਾ ਵੀ 2nd ਗ੍ਰੇਡ ਦੇ ਵਿੱਚ ਵੀ ਆ। ਸੋ ਇਹ ਇੱਕੋ ਹੀ ਕਲਾਸ ਬਣਾਊਂਗਾ ਮੈਂ ਤੁਹਾਡੀ। ਹਾਂ ਬਿਲਕੁਲ ਸਹੀ ਹੈ। ਸੋ ਸਵਰਾਂ ਅਤੇ ਵਿਅੰਜਨਾਂ ਦੀ ਗੱਲ ਹੋ ਗਈ ਹੈ। ਇਹ ਹੈ ਜਿਹੜੀ, ਇਹ ਆਪਣੀ ਸੀਗੀ, ਇਹ ਇੱਥੋਂ ਤੱਕ 1st ਗ੍ਰੇਡ ਵਾਸਤੇ ਕਲਾਸ ਇਹ ਜ਼ਰੂਰੀ ਸੀਗੀ। ਅਤੇ ਹੁਣ ਆਹ ਜਿਹੜੀ ਧੁਨੀ ਵਿਉਂਤ ਹੈ, ਜਿਹੜੀ ਧੁਨੀ ਵਿਉਂਤ ਹੈ ਜਿਹੜੀ, ਇਹ ਦੋਨਾਂ ਦੇ ਵਿੱਚ ਹੀ ਹੈ। 2nd ਗ੍ਰੇਡ 'ਚ ਵੀ ਹੈ, 1st ਗ੍ਰੇਡ 'ਚ ਵੀ ਹੈ। ਇਸ ਕਰਕੇ ਮੈਂ ਇੱਥੋਂ ਕਲਾਸ, ਅਗਲੀ ਕਲਾਸ ਦੇ ਵਿੱਚ ਤੁਹਾਨੂੰ ਇਹ ਕਲਾਸ ਮਿਲੂਗੀ। ਠੀਕ ਹੈ ਜੀ, ਜਲਦੀ ਮਿਲਦੇ ਹਾਂ ਜੀ। ਸਤਿ ਸ੍ਰੀ ਅਕਾਲ, ਰੱਬ ਰਾਖਾ।